ਹੋਣਾ ਚਾਹੀਦਾ ਹੈ। ਬਹੁਤ ਨੁਕਸਾਨਦੇਹ ਜੇ ਇਹ ਨਾ ਨਿਕਲਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਪਹਿਲਾਂ ਡੈਥ ਹੋਈ ਆ ਕੁਛ ਹੋਰ ਵੀ ਮਤਲਬ ਜਾਨੀ ਮਾਲੀ ਨੁਕਸਾਨ ਹੋਣ ਦਾ ਡਰ ਹੈਗਾ। ਸਰਕਾਰ ਤੋਂ ਵੀ ਮੰਗ ਕਰਦੇ ਆ ਵੀ ਇਸ 'ਤੇ ਪਹਿਲ ਦੇ ਆਧਾਰ 'ਤੇ ਧਿਆਨ ਦੇ ਕੇ ਇਹਦਾ ਬਾਹਰ ਕੱਢੀ ਜਾਵੇ ਲੈਣ। ਇਹ ਲਾਈਟ ਦੇ ਨਾਲ ਸਾਡੇ ਚਾਚੇ ਦੇ ਮੁੰਡੇ ਦੀ ਮੌਤ ਵੀ ਹੋ ਗਈ ਜੀ, ਕਾਫੀ ਸਮਾਂ ਹੋ ਗਿਆ ਵੀ 3-4 ਪੰਚਾਇਤਾਂ ਬਦਲ ਗਈਆਂ। ਇਹ ਲੈਣ ਦਾ ਮਸਲਾ ਹੱਲ ਨਹੀਂ ਹੋਇਆ ਹੈ ਤੇ ਅਸੀਂ ਗੁਰੂ ਦੇ ਦਰਬਾਰੇ ਕੋਲ ਵੀ ਜਾਂਦੇ ਰਹੇ ਹਾਂ, ਉੱਥੇ ਵੀ ਉਹਨਾਂ ਨੇ ਕੋਈ ਹੱਲ ਲਾਏ ਰੁਪਏ 'ਚ ਰੱਖਿਆ ਵੀ ਸਾਨੂੰ ਇਸ ਗੱਲ ਦਾ ਉਹ ਦੇਖ ਲਓ ਜੀ ਆਪਣਾ ਖੰਭਾ ਝੁਕਿਆ ਪਿਆ ਹੈਗਾ, ਉਹ ਡਿੱਗ ਸਕਦਾ, ਨੁਕਸਾਨ ਹੋ ਸਕਦਾ ਹੈ। ਸੋ ਇਹ ਦੇਖੋ ਜੀ ਤੁਹਾਡੇ ਸਾਹਮਣੇ ਜੀ ਖੰਭਾ ਜਿਹੜਾ ਜੀ ਇਹ ਜਮਾ ਟੁੱਟਣ ਦੇ ਕਿਨਾਰੇ ਤੇ ਆਇਆ ਖੜਾ ਵੀ ਜੇ ਇਹ ਖੰਭਾ ਟੁੱਟ ਗਿਆ ਤਾਂ ਘੱਟੋ ਘੱਟ 5-7 ਮੌਕਾ ਪ੍ਰੋਪਰ ਤੌਰ ਤੇ ਉਹਦੀ ਹੋਣਗੀਆਂ। ਜਮਾ 7 ਦੇ ਉੱਪਰ ਦੀ ਲਾਈਨ ਲੰਘ ਰਹੀ ਹੈ ਜੀ। ਉਹਨਾਂ ਨੇ ਵੀ ਰਿਕੁਐਸਟ ਕੀਤੀ ਜੀ, ਬਹੁਤ ਜ਼ਿਆਦਾ ਮਿਹਨਤਾਂ ਕਰੀਆਂ ਤੇ ਮਹਿਕਮੇ ਵਾਲਿਆਂ ਨੇ ਕਿਸੇ ਦੀ ਹੁੰਦੀ ਕੋਈ ਗੱਲਬਾਤ ਨਹੀਂ ਸੁਣੀ ਜੀ। ਬਾਈ ਜੀ ਦਾ ਨਾਲ ਦੀ ਨਾਲ ਹੀ ਉੱਥੇ ਖਤਮ ਹੋ ਗਿਆ ਤੇ ਮੈਨੂੰ ਦੂਜੇ ਦਿਨ ਸੁਰਤ ਆਈ, ਮੈਨੂੰ ਤਾਂ ਦੂਜੇ ਦਿਨ ਪਤਾ ਲੱਗਿਆ ਵੀ ਮੇਰਾ ਬਾਈ ਐਂ ਕਰਕੇ ਆ ਗੱਲ। ਹਾਂਜੀ ਮੈਂ ਬਾਈ ਜੀ ਦੱਸਣਾ ਚਾਹੁੰਦਾਗਾ 2006 ਦੇ ਵਿੱਚ ਮੇਰੇ ਪਿਤਾ ਜੀ ਦੀ ਡੈਥ ਹੋ ਗਈ ਸੀ ਇਹ ਲੈਣ ਕਾਰਨ। ਪਿਆਂ ਦਲਵਾਰੇ ਗੁਰੂ ਕੋਲੇ ਹੋਰ ਮੰਤਰੀਆਂ ਕੋਲੇ ਬਹੁਤ ਕੋਲੇ ਗਏ। ਪਹਿਲਾਂ ਪਿਰਮਲ ਆਇਆ ਸੀ ਇੱਥੇ, ਉਹ ਕਹਿੰਦਾ ਵੀ ਸਾਨੂੰ ਵੋਟਾਂ ਪਾਓ। ਪਿਰਮਲ ਕਹਿੰਦਾ ਵੀ ਚਾਹੇ ਮੈਂ ਜਿੱਤਾਂ ਚਾਹੇ ਹਾਰਾਂ, ਕਹਿੰਦਾ ਇਹ ਲੈਣ ਮੈਂ ਕਢਾਉਂ। ਪਿਰਮਲ ਨੇ ਇਹਦਾ ਹੱਲ ਨਹੀਂ ਕਰਿਆ। ਇਹ ਤਕੜੇ ਦਾ ਹੁੰਦਾ ਇੱਥੇ ਅੱਜ ਨੂੰ ਇਹ ਹੱਲ ਹੋ ਗਿਆ ਹੁੰਦਾ, ਇਹ ਗਰੀਬਾਂ ਕਰਕੇ ਇਹ ਉਹ ਹੋ ਰਿਹਾ ਹੈ। ਹੁਣ ਇਹ ਲੈਣ ਦਾ ਐਸਟੀਮੇਟ 3,25,000 ਰੁਪਇਆ ਬਣਾਇਆ ਹੈਗਾ। ਇਹ ਸਾਰੀ ਬੀਹੀ ਮਜ਼ਦੂਰੀ ਕਰਨ ਵਾਲੀ ਨੂੰ ਗਈ। ਜਿਹੜਾ ਬੰਦਾ 300 ਰੁਪਇਆ ਕਮਾ ਰਿਹਾ ਉਹ 3,25,000 ਰੁਪਏ ਦਾ ਬਜਟ ਕਿਵੇਂ ਚੱਲੂਗਾ? ਬਾਕੀ 3 ਲੱਖ ਰੁਪਇਆ ਇੱਥੇ ਦੇਣ ਵਾਲਾ ਹੈਗਾ ਉਹਨਾਂ ਨੇ। ਅਸੀਂ ਲੀਡਰਾਂ ਨੂੰ ਵੋਟਾਂ ਪਾ ਰਹੇ ਹਾਂ, ਫਿਰ ਜਦੋਂ ਅਸੀਂ ਰੁਪਏ ਦੇ ਕੇ ਕੰਮ ਕਰਾਉਣੇ ਆ ਫਿਰ ਸਾਡਾ ਕੀ ਫਾਇਦਾ ਹੈ ਵੋਟਾਂ ਪਾਈਆਂ ਦਾ ਜਾਂ ਮਹਿਕਮੇ ਤੇ ਬੰਦੇ ਰੱਖਣ ਦਾ ਕੀ ਫਾਇਦਾ, ਤਨਖਾਹ ਤੇ ਰੱਖਣ ਦਾ। ਇਸ ਕਰਕੇ ਭਾਜੀ ਜੇ ਸਾਡਾ ਤੁਸੀਂ ਮਸਲਾ ਲੈ ਕੇ ਆਏ ਹੋ ਤਾਂ ਦਰਦ ਸਾਂਝਾ ਕਰ ਰਹੇ ਹੋ ਫਨਕਾਰ ਟੀਵੀ ਵਾਲੇ, ਸੋ ਕਿਰਪਾ ਕਰਕੇ ਸਾਡੀ ਆਵਾਜ਼ ਇਹ ਮਹਿਕਮੇ ਤੱਕ ਸਰਕਾਰ ਤੱਕ ਪਹੁੰਚਾਈ ਜਾਵੇ। ਇਹ ਸਾਰੀ ਵੀ ਮਤਲਬ ਬਹੁਤ ਪੰਚਾਇਤਾਂ ਕੋਲੇ ਸਾਰੀਆਂ ਕੋਲੇ ਜਾਂ ਲੀਡਰ ਕੋਈ ਵੀ ਆਉਂਦਾ, ਅਕਾਲੀ ਦਲ ਦਾ ਆਵੇ ਚਾਹੇ ਕਾਂਗਰਸੀ ਆਉਣ ਚਾਹੇ ਆਮ ਵਾਲੇ ਆਉਣ, ਸਾਰਿਆਂ ਕੋਲੇ ਇਹ ਘਰ ਜਾ ਕੇ ਥੱਕ ਗਏ ਨੇ। ਉਦੋਂ ਬਾਅਦ ਅਸੀਂ ਅੱਜ ਤੁਹਾਡੇ ਰਾਹੀਂ ਦੱਸ ਰਹੇ ਹਾਂ ਕਿ ਸਾਰੀ ਬੀਹੀ ਵੋਟਾਂ ਦਾ ਬਾਈਕਾਟ ਕਰੂਗੀ। ਜਦੋਂ ਵੀ ਕੋਈ ਇਲੈਕਸ਼ਨ ਆਊਗੀ ਸਾਰੇ ਅਸੀਂ ਕਾਲੀਆਂ ਝੰਡੀਆਂ ਲਾ ਕੇ ਵਿਰੋਧ ਕਰਾਂਗੇ। ਕਿਸੇ ਵੀ ਮੰਤਰੀ ਨੂੰ, ਕਿਸੇ ਵੀ ਐਮਐਲਏ ਨੂੰ ਜਾਂ ਕਿਸੇ ਵੀ ਸਰਪੰਚ ਨੂੰ ਅਸੀਂ ਬੀਹੀ 'ਚ ਨਹੀਂ ਵੜਨ ਦੇਵਾਂਗੇ। ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਨਿਰਭੈ ਸਿੰਘ ਧੌਲਾ ਇੱਕ ਵਾਰ ਫਿਰ ਤੋਂ ਫਨਕਾਰ ਟੀਵੀ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦਾ। ਅਸੀਂ ਅੱਜ ਆਪਣੇ ਹੀ ਪਿੰਡ ਧੌਲਾ ਦਾ ਇੱਕ ਹੋਰ ਮਸਲਾ ਲੈ ਕੇ ਤੁਹਾਡੇ ਰੂਬਰੂ ਹੋਏ ਆ। ਇਹ ਜਿਹੜਾ ਮਸਲਾ ਹੈ ਤੁਸੀਂ ਦੇਖ ਹੀ ਸਕਦੇ ਹੋ, ਉੱਪਰ ਦੀ ਜਿਹੜੀ 11,000 ਵੋਲਟਸ ਵਾਲੀ ਇੱਕ ਲਾਈਨ ਆ ਜਿਹੜੀ ਇੱਕ ਗਲੀ ਦੇ ਵਿੱਚ ਦੀ ਕ੍ਰਾਸ ਹੁੰਦੀ ਆ। ਇਹ ਲਾਈਨ ਦੀ ਵਜ੍ਹਾ ਕਰਕੇ ਇੱਥੇ ਬਹੁਤ ਸਾਰੀਆਂ ਘਟਨਾਵਾਂ ਨੇ ਜਿਹੜੀਆਂ ਉਹ ਥੋੜ੍ਹੇ ਸਮੇਂ ਬਾਅਦ ਇੱਥੇ ਹੋ ਰਹੀਆਂ ਨੇ। ਇੱਥੋਂ ਦੇ ਜਿਹੜੇ ਘਰਾਂ ਦੇ ਲੋਕ ਨੇ ਉਹਨਾਂ ਨੇ ਇਹ ਸਾਨੂੰ ਮਤਲਬ ਅਸਲ ਦੇ ਵਿੱਚ ਮਸਲਾ ਕੀ ਆ, ਇਹ ਹੋਇਆ ਕੀ ਆ, ਮਤਲਬ ਜਿਹੜੀਆਂ ਵੀ ਇੱਥੋਂ ਦੀਆਂ ਘਟਨਾਵਾਂ ਨੇ ਉਹ ਸਾਨੂੰ ਇੱਕ ਇੱਕ ਕਰਕੇ ਅਸੀਂ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਉਹਨਾਂ ਦੇ ਦੱਸਣ ਦੇ ਮੁਤਾਬਕ ਇੱਥੇ ਇੱਕ ਅੱਜ ਤੋਂ 15 ਸਾਲ ਪਹਿਲਾਂ ਇੱਕ ਮੌਤ ਵੀ ਹੋ ਚੁੱਕੀ ਆ। ਪ੍ਰਸ਼ਾਸਨ ਤੱਕ ਇੱਥੋਂ ਦੇ ਲੋਕਾਂ ਨੇ, ਗਲੀ ਦੇ ਲੋਕਾਂ ਨੇ ਮਤਲਬ ਡਿਮਾਂਡ ਕੀਤੀ ਆ, ਮੌਕੇ ਦੇ ਐਮਐਲਏ ਜਾਂ ਮੌਕੇ ਦੇ ਜਿਹੜਾ ਵੀ ਮੰਤਰੀ ਹੋਇਆ ਉਹਨਾਂ ਤੱਕ ਇਹਨਾਂ ਨੇ ਡਿਮਾਂਡ ਕੀਤੀ ਆ ਵੀ ਇਹ ਸਾਡੀ ਜਿਹੜੀ ਲਾਈਨ ਆ ਇਹਦਾ ਹੱਲ ਕੀਤਾ ਜਾਵੇ। ਪਰ ਫਿਲਹਾਲ ਹਾਲੇ ਤੱਕ ਇਹਦਾ ਕੋਈ ਹੱਲ ਨਹੀਂ ਕੀਤਾ ਗਿਆ। ਸੋ ਪਿੰਡ ਦੇ ਜਿਹੜੇ ਇੱਥੇ ਘਰਾਂ ਦੇ ਲੋਕ ਆ ਇਹਨਾਂ ਦੀਆਂ ਸਮੱਸਿਆਵਾਂ ਜਾਣਨ ਦੇ ਲਈ ਅੱਜ ਅਸੀਂ ਇੱਥੇ ਰੂਬਰੂ ਹੋਇਆ ਤਾਂ ਉਹਨਾਂ ਤੋਂ ਇਕੱਲੇ ਤੋਂ ਇਸ ਮਸਲੇ ਦਾ ਪੂਰੀ ਅਸੀਂ ਜਾਣਕਾਰੀ ਲੈਂਦੇ ਆ ਤੇ ਜਿਹੜੀ ਸਾਰੀ ਗੱਲਬਾਤ ਆ ਤੁਹਾਡੇ ਸਾਹਮਣੇ ਰੱਖਦੇ ਆ। ਹਾਂਜੀ, ਸਾਡੇ ਨਾਲ ਇਸ ਘਰਾਂ ਦੇ ਇੱਕ ਬਜ਼ੁਰਗ ਜੀ ਨੇ ਜਿਨ੍ਹਾਂ ਤੋਂ ਇਹ ਪੂਰਾ ਮਾਮਲਾ ਅਸੀਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਹਾਂਜੀ, ਆਪਣਾ ਨਾਮ ਦੱਸੋ ਜੀ। ਗੁਲਜ਼ਾਰ ਸਿੰਘ ਤੋਂ ਮੇਰਾ ਨਾਮ ਜੀ। ਇਹ ਪੂਰੀ ਜਿਹੜੀ ਮਸਲਾ ਇਹ ਅਸਲ ਦੇ ਵਿੱਚ ਲਾਈਨ ਦਾ ਮਸਲਾ ਕੀ ਹੈ, ਸਾਨੂੰ ਸਾਰਾ ਡਿਟੇਲ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਜੀ। ਇਹ ਲਾਈਨ ਜੀ 11,000 ਵੋਲਟ ਹੈ ਜਿਹੜੀ ਨਾ ਤਾਂ ਬਿਜਲੀ ਦੇ ਆਪਣੇ ਬਿਜਲੀ ਦੇ ਬਿਜਲੀ ਆਉਂਦੀ ਹੈ ਨਾ ਘਰਾਂ ਦੇ ਬਿਜਲੀ ਜਾਂਦੀ ਹੈ। ਇਹ ਲਾਈਟ ਦੇ ਨਾਲ ਸਾਡੇ ਚਾਚੇ ਦੇ ਮੁੰਡੇ ਦੀ ਮੌਤ ਵੀ ਹੋ ਗਈ ਜੀ, ਕਾਫੀ ਸਮਾਂ ਹੋ ਗਿਆ ਵੀ 3-4 ਪੰਚਾਇਤਾਂ ਬਦਲ ਗਈਆਂ। ਇਹ ਲੈਣ ਦਾ ਮਸਲਾ ਹੱਲ ਨਹੀਂ ਹੋਇਆ ਹੈ ਤੇ ਅਸੀਂ ਗੁਰੂ ਦੇ ਦਰਬਾਰੇ ਕੋਲ ਵੀ ਜਾਂਦੇ ਰਹੇ ਹਾਂ, ਉੱਥੇ ਵੀ ਉਹਨਾਂ ਨੇ ਕੋਈ ਹੱਲ ਲਾਏ ਰੁਪਏ 'ਚ ਰੱਖਿਆ ਵੀ ਸਾਨੂੰ ਇਸ ਗੱਲ ਦਾ ਉਹ ਦੇਖ ਲਓ ਜੀ ਆਪਣਾ ਖੰਭਾ ਝੁਕਿਆ ਪਿਆ ਹੈਗਾ, ਉਹ ਡਿੱਗ ਸਕਦਾ, ਨੁਕਸਾਨ ਹੋ ਸਕਦਾ ਹੈ ਵੀ ਇਹਦਾ ਮਸਲਾ ਹੋਣਾ ਜ਼ਰੂਰ ਚਾਹੀਦਾ ਹੈ। ਵੀ ਇਹਨਾਂ ਲੰਮਾ ਕਿਉਂ ਲੰਮੀ ਗੱਲ ਲੈ ਗਏ ਵੀ ਅਸੀਂ ਬਹੁਤ ਲਿਖ ਲਿਖਾ ਕੇ ਵੀ ਬਹੁਤ ਦਿੱਤਾ ਕਈ ਵਾਰੀ ਤੇ ਇਸ ਗੱਲ ਦੀ ਕਹਿਣਾ ਵੀ ਹੋਣਾ ਚਾਹੀਦਾ ਹੈਗਾ ਮਸਲਾ। ਪੰਚਾਇਤ ਤੱਕ ਕਰੀਏ ਕੋਈ ਪਹੁੰਚ? ਪੰਚਾਇਤਾਂ ਤਾਂ ਵੀ ਅਸੀਂ ਬਹੁਤ ਗੱਲ ਦੋ ਤਿੰਨ ਵਾਰੀ ਕਿਹਾ, 2-3 ਪੰਚਾਇਤਾਂ ਬਦਲ ਗਈਆਂ ਪਰ ਪੰਚਾਇਤਾਂ ਨੇ ਕੋਈ ਅਸਰ ਇਹਨਾਂ ਦਾ ਅਸਰ ਕਹਿ ਰਹੇ ਨਹੀਂ। ਕਹਿੰਦੇ ਕੀ ਨੇ ਅਸਲ ਦੇ ਵਿੱਚ ਵੀ ਜਦੋਂ ਤੁਸੀਂ ਜਾਣਦੇ ਹੋ ਇਹ ਗੱਲ? ਅਸੀਂ ਇਹ ਜਾਣਦੇ ਹਾਂ, ਗੁਰਦੁਆਰੇ ਨੂੰ ਵੀ ਕਿਹਾ ਵੀ 3 ਲੱਖ ਰੁਪਏ ਦਾ ਖਰਚਾ ਹੋਊਗਾ। ਅਸੀਂ ਹੁਣ ਮਿਹਨਤ ਕਰਨ ਵਾਲੇ ਬੰਦੇ ਆਂਗੇ, ਮਜ਼ਦੂਰ ਹੈ ਸਾਰੇ, ਮਜ਼ਦੂਰਾਂ ਦੇ ਘਰਾਂ 'ਚ ਬੀਤੀ ਜਾਂਦੀ ਹੈ, ਮਜ਼ਦੂਰਾਂ ਦੇ ਬਿਜਲੀ ਬੀਤੀ ਜਾਂਦੀ ਹੈ, ਮਿਹਨਤ ਕਰਕੇ ਖਾ ਰਹੇ ਹਾਂ। ਅਸੀਂ 3 ਲੱਖ ਰੁਪਏ ਕਿੱਥੋਂ ਦੇ ਦਾਂਗੇ? ਤਗੜਾ ਬੰਦਾ ਤਾਂ ਕੱਢ ਪੈਸਾ ਦੇ ਸਕਦਾ ਹੈਗਾ ਜੀ। ਜਿਹੜਾ 3 ਲੱਖ ਤੁਸੀਂ ਕਹਿ ਰਹੇ ਹੋ ਇਹ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ 3 ਲੱਖ ਲੱਗਣਾ, ਜਾਂ ਐਸਟੀਮੇਟ ਮਹਿਕਮੇ ਵੱਲੋਂ ਬਣਾਇਆ ਗਿਆ ਹੈ?
ਇਹ 3 ਲੱਖ ਦੀ ਜਦੋਂ ਅਸੀਂ ਗੱਲ ਗੁਰੂ ਦਰਬਾਰੇ ਕੋਲੇ ਕਰੀ ਤਾਂ ਸਾਡੇ ਕੋਲ ਬਿਜਲੀ ਵਾਲੇ ਆਏ। ਇਹ ਕਹਿੰਦੇ ਬਿਜਲੀ ਵਾਲੇ ਕਹਿੰਦੇ ਜਿਹੜੇ ਮੁਲਾਜ਼ਮ ਨੇ ਵੀ 3 ਲੱਖ ਸਵਾ 3 ਲੱਖ ਰੁਪਇਆ ਲੱਗੂਗਾ ਵੀ ਤਾਂ ਲਾਈਟ ਲਿਖ ਸਕਦੇ ਵੀ ਜੇ ਤਿਆਰ ਕਰ ਸਕਦੇ ਹੋ, ਵੀ ਅਸੀਂ ਇਹ ਕਰ ਨਹੀਂ ਸਕਦੇ। ਉਹ ਬਿਜਲੀ ਵਾਲੇ ਕਹਿੰਦੇ ਆ ਜਾਂ ਤੁਸੀਂ ਗਏ ਇਹ ਮੌਕੇ ਸਾਡੇ ਦੇ ਕੋਲ ਬਿਜਲੀ ਵਾਲਾ ਮੁਲਾਜ਼ਮ ਆਇਆ ਸੀ, ਸਾਡੇ ਪਿੰਡ ਦੇ ਸੀਗਾ, ਉਹਨੇ ਕਿਹਾ ਕਿ ਹਾਂ। ਚਲੋ ਹੋਰ ਵੀ ਅਸੀਂ ਗੱਲ ਕਰਦੇ ਆ। ਇਹਨਾਂ ਨੇ ਦੱਸਿਆ ਵੀ ਜਿਹੜਾ ਐਸਟੀਮੇਟ ਆ ਇਹਨਾਂ ਨੂੰ 3 ਲੱਖ ਦਾ ਐਸਟੀਮੇਟ ਬਣਾਇਆ ਗਿਆ ਸੀ। ਦਰਬਾਰਾ ਗੁਰੂ ਕੋਲੇ ਗਏ ਤੇ ਮੌਕੇ ਦੇ ਬਿਜਲੀ ਦੇ ਅਧਿਕਾਰੀ ਇੱਥੇ ਆਏ ਤੇ ਉਹਨਾਂ ਨੂੰ ਕਿਹਾ ਵੀ 3 ਲੱਖ ਰੁਪਇਆ ਲੱਗਣਾ, ਵੀ ਜੇ ਤੁਸੀਂ ਇਹ ਲਗਾ ਸਕਦੇ ਹੋ ਤਾਂ ਅਸੀਂ ਲਾਈਨ ਦਾ ਹੱਲ ਕਰ ਸਕਦੇ ਆ। ਇਹ ਜਿਹੜੇ ਇੱਕ ਤੁਹਾਨੂੰ ਹੋਰ ਗੱਲ ਦੱਸਦਾ ਵੀ ਜਿਹੜੇ ਅਸਲ ਦੇ ਵਿੱਚ ਇਹ ਘਰ ਨੇ ਸਾਰੇ ਰਮਦਾਸੀ ਸਿੱਖਾਂ ਦੇ ਘਰ ਨੇ ਤੇ ਮਜ਼ਦੂਰੀ ਕਰਨ ਵਾਲੇ ਲੋਕ ਨੇ ਜਿਹੜੇ 300 ਰੁਪਇਆ ਪਰ ਡੇ ਲੈਂਦੇ ਆ ਤੇ 3 ਲੱਖ 3.5 ਲੱਖ ਉਹਨਾਂ ਲਈ ਇੱਕ ਬਹੁਤ ਵੱਡੀ ਚੀਜ਼ ਆ ਜਿਹੜਾ ਉਹਨਾਂ ਨੇ ਇਕੱਠਾ ਕਰਕੇ ਦੇਣਾ। ਜਿਹੜਾ ਬੰਦਾ 300 ਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਕਰਦਾ ਉਸ ਮਹਿਕਮੇ ਨੂੰ 3.5 ਲੱਖ ਜਾਂ 3 ਲੱਖ ਕਿੱਥੋਂ ਦੇ ਦੂ। ਸੋ ਹੋਰ ਵੀ ਗੱਲ ਕਰਦੇ ਆ, ਹੋਰ ਵੀ ਸਾਡੇ ਨਾਲ ਬਣੇ ਨੇ। ਹਾਂਜੀ, ਕੀ ਨਾਮ ਹੈ ਜੀ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਲਵਜੀਤ ਹੈ ਜੀ। ਸਰ ਜੀ, ਮੈਂ ਬਚਪਨ ਤੋਂ ਲੈ ਕੇ ਇਸ ਗਲੀ ਦੇ ਵਿੱਚ ਲੈ ਰਿਹਾ ਜੀ, ਔਰ ਜਦੋਂ ਮੇਰਾ ਬਚਪਨ ਸੁਧਰਿਆ ਸੀ ਉਦੋਂ ਥੋੜੇ ਘਰ ਘੱਟ ਸੀਗੇ, ਉਦੋਂ ਇਦੋਂ ਪਹਿਲਾਂ ਇਹ ਲਾਈਨ ਨਿਕਲੀ ਹੋਈ ਸੀ। ਉਸ ਤੋਂ ਬਾਅਦ ਅਸੀਂ ਰਿਕੁਐਸਟ ਕੀਤੀ ਸਾਰੇ ਮਹਿਕਮੇ ਵਾਲਿਆਂ ਨੂੰ, ਔਰ ਉਹਨਾਂ ਨੇ ਸਾਡੀ ਕੋਈ ਨਹੀਂ ਸੁਣੀ ਜੀ। ਪੰਚਾਇਤਾਂ ਨੂੰ ਵੀ ਇਸੇ ਗੱਲ ਕਹੀ ਸੀ, ਪਰ ਕਿਰਪਾ ਕਰਕੇ ਜੋ ਵੀ ਜੀ ਸਾਡੇ ਹੱਲ ਆ ਮਸਲਾ ਨਿਕਲਣਾ ਚਾਹੀਦਾ ਜੀ। ਅਸੀਂ ਕਈ ਵਾਰੀ ਗਏ ਵੀ ਆ, ਪਰ ਉਹਨਾਂ ਨੇ ਸਾਡੀ ਕੋਈ ਗੱਲਬਾਤ ਨਹੀਂ ਸੁਣੀ। ਇਦੋਂ ਪਹਿਲਾਂ ਸਰਦਾਰ ਗੁਲਜ਼ਾਰ ਸਿੰਘ ਧੌਲਾ ਜੀ ਤੁਹਾਨੂੰ ਦੱਸ ਹੀ ਚੁੱਕੇ ਨੇ। ਸੋ ਇਹ ਦੇਖੋ ਜੀ, ਤੁਹਾਡੇ ਸਾਹਮਣੇ ਜੀ ਖੰਭਾ ਜਿਹੜਾ ਜੀ ਇਹ ਜਮਾ ਟੁੱਟਣ ਦੇ ਕਿਨਾਰੇ ਤੇ ਆਇਆ ਖੜਾ, ਵੀ ਜੇ ਇਹ ਖੰਭਾ ਟੁੱਟ ਗਿਆ ਤਾਂ ਘੱਟੋ ਘੱਟ 5-7 ਮੌਕਾ ਪ੍ਰੋਪਰ ਤੌਰ ਤੇ ਉਹਦੇ ਹੋਣਗੀਆਂ। ਇਸ ਤੋਂ ਪਹਿਲਾਂ 15 ਸਾਲ ਪਹਿਲਾਂ ਮੇਰੇ ਪਿੱਛੇ ਘਰ ਆ ਜੀ ਸਾਡੇ ਤਾਇਆ ਜੀ, ਇਸੇ 11,000 ਵੋਲਟ ਦੀ ਲਾਈਨ ਦੇ ਨਾਲ ਹੀ ਟੱਚ ਹੋ ਕੇ ਉਹ ਹੋਇਆ ਸੀ, ਉਹਨਾਂ ਦੀ ਡੈਥ ਹੋਈ ਸੀਗੀ ਜੀ, ਤੇ ਉਹ ਨਾਲੀ ਕੱਢ ਰਹੇ ਸੀ ਤਾਂ ਕਰਕੇ ਜੀ। ਸੋ ਇੱਕ ਮੇਰੇ ਪਿੱਛੇ ਹੋ ਤੁਸੀਂ ਘਰ ਦੇਖ ਹੀ ਰਹੇ ਹੋ ਜੀ, ਜਮਾ 7 ਦੇ ਉੱਪਰ ਦੀ ਲਾਈਨ ਲੰਘ ਰਹੀ ਹੈ ਜੀ। ਉਹਨਾਂ ਨੇ ਵੀ ਰਿਕੁਐਸਟ ਕੀਤੀ ਜੀ, ਬਹੁਤ ਜ਼ਿਆਦਾ ਮਿਹਨਤਾਂ ਕਰੀਆਂ ਤੇ ਮਹਿਕਮੇ ਵਾਲਿਆਂ ਨੇ ਕਿਸੇ ਦੀ ਉਹਦੀ ਕੋਈ ਗੱਲਬਾਤ ਨਹੀਂ ਸੁਣੀ ਜੀ। ਉਹ ਪੈਸੇ ਮੰਗ ਰਹੇ ਨੇ ਵੀ ਫੇਰ ਉਹ ਕਰ। ਹਾਂਜੀ ਹਾਂ, ਕਹਿੰਦੇ ਸੀ ਜੀ 3 ਲੱਖ ਦਾ ਬਜਟ ਹੋ ਤੁਸੀਂ ਕਰ ਸਕੋਗੇ, ਫਿਰ ਤੁਹਾਡਾ ਇਹ ਕੰਮ ਹੋ ਸਕਦਾ। ਪਰ ਵੀ ਜਦੋਂ ਅਸੀਂ ਮਹਿਕਮੇ ਨੂੰ ਜਦੋਂ ਨੌਕਰੀਆਂ ਦੇ ਰਹੀਆਂ ਸਰਕਾਰਾਂ, ਤਾਂ ਇਦੋਂ ਫਿਰ ਅਸੀਂ ਲੀਡਰਾਂ ਨੂੰ ਵੋਟਾਂ ਪਾ ਰਹੇ ਹਾਂ, ਫਿਰ ਜਦੋਂ ਅਸੀਂ ਰੁਪਏ ਦੇ ਕੇ ਕੰਮ ਕਰਾਉਣੇ ਆ ਫਿਰ ਸਾਡਾ ਕੀ ਫਾਇਦਾ ਹੈ ਵੋਟਾਂ ਪਾਈਆਂ ਦਾ, ਜਾਂ ਮਹਿਕਮੇ ਤੇ ਬੰਦੇ ਰੱਖਣ ਦਾ ਕੀ ਫਾਇਦਾ, ਤਨਖਾਹ ਤੇ ਰੱਖਣ ਦਾ। ਇਸ ਕਰਕੇ ਭਾਜੀ ਜੇ ਸਾਡਾ ਤੁਸੀਂ ਮਸਲਾ ਲੈ ਕੇ ਆਏ ਹੋ ਤਾਂ ਅਸੀਂ ਅੱਜ ਸਾਨੂੰ ਐ ਦੇਖ ਰਿਹਾ ਵੀ ਸਾਡੇ ਦਰਦ ਸਾਂਝਾ ਕਰ ਰਹੇ ਹੋ ਫਨਕਾਰ ਟੀਵੀ ਵਾਲੇ। ਸੋ ਕਿਰਪਾ ਕਰਕੇ ਸਾਡੀ ਆਵਾਜ਼ ਇਹ ਮਹਿਕਮੇ ਤੱਕ ਸਰਕਾਰ ਤੱਕ ਪਹੁੰਚਾਈ ਜਾਵੇ ਜੀ। ਹਾਂਜੀ, ਜਿਹੜਾ ਤੁਹਾਨੂੰ ਅਸੀਂ ਇੱਕ ਮੌਤ ਦਾ ਮਸਲਾ ਦੱਸ ਰਹੇ ਸੀ ਵੀ ਇੱਥੇ 15 ਸਾਲ ਪਹਿਲਾਂ ਦੇ ਇੱਕ ਮੌਤ ਵੀ ਹੋਈ ਆ। ਉਸ ਦੇ ਜਿਹੜੇ ਮੌਕੇ ਦੇ ਚਸ਼ਮਦੀਦ ਸੀ ਜਿਹੜੇ ਇੱਥੇ ਨਾਲੀ ਕੱਢ ਰਹੇ ਸੀ, ਇੱਕ ਲੋਹੇ ਦੀ ਪਾਈਪ ਦੇ ਨਾਲ ਇੱਕ ਨਾਲੀ ਕੱਢ ਰਹੇ ਸੀ, ਮੀਂਹ ਦਾ ਮੌਸਮ ਸੀ, ਉੱਪਰ ਇਹਨਾਂ ਦੇ ਧਿਆਨ ਚੋਂ ਬਾਹਰ ਹੋ ਗਿਆ ਵੀ ਉੱਪਰ ਜਿਹੜੀ 11,000 ਵੋਲਟ ਵਾਲੀ ਲਾਈਨ ਆ ਉਹ ਲੰਘ ਰਹੀ ਆ। ਉਸ ਦੇ ਮੌਕੇ ਦੇ ਜਿਹੜੇ ਵੀ 2 ਇਨਸਾਨ ਮਤਲਬ ਨਾਲੀ ਕੱਢ ਰਹੇ ਸੀ, ਇੱਕ ਤਾਂ ਸਰਦਾਰ ਬੋਗਾ ਸਿੰਘ ਸੀ ਸਵਰਗਵਾਸੀ ਜੋ ਉਸ ਸਮੇਂ ਮਤਲਬ ਇਸ ਦੁਨੀਆ ਤੋਂ ਚਲੇ ਗਏ, ਤੇ ਉਹਨਾਂ ਦੇ ਨਾਲ ਇੱਕ ਹੋਰ ਸੀ ਭੋਲਾ ਸਿੰਘ ਜੀ ਜਿਹੜੇ ਸਾਡੇ ਨਾਲ ਖੜੇ ਤੇ ਉਹ ਸਾਨੂੰ ਪੂਰਾ ਮਸਲਾ ਦੱਸਣਗੇ। ਹਾਂਜੀ, ਸਤਿ ਸ੍ਰੀ ਅਕਾਲ ਜੀ। ਅਸੀਂ ਜੀ ਮੀਂਹ ਪਈ ਜਾਂਦਾ ਸੀ ਜੀ ਬਹੁਤ ਵੱਧ, ਅਸੀਂ ਉਹ ਆਪਣੇ ਮੰਡੀ ਦੇ ਵਿੱਚ ਖੜੇ ਸੀ ਤੇ ਉੱਥੇ ਸਾਡੇ ਸਰਪੰਚ ਜਗਰਾਜ ਸਿੰਘ ਨੇ ਪੁਲੀਆਂ ਬਣਾਈਆਂ ਸੀਗੀਆਂ, ਤੇ ਜਦੋਂ ਜੀ ਉਹ ਪੁਲੀਆਂ ਬਣਾਈਆਂ ਤੇ ਉਹ ਮੇਰੇ ਬਾਈ ਦੇ ਘਰੇ ਪਾਣੀ ਪੈਣ ਲੱਗ ਗਿਆ ਬੋਗਾ ਸਿੰਘ ਦੇ। ਬੋਗਾ ਸਿੰਘ ਜੀ ਮੇਰੇ ਕੋਲ ਮੰਡੀ 'ਚ ਗਿਆ, ਉੱਥੇ ਮੈਂ ਖੜਾ ਸੀ, ਮੀਂਹ ਵੱਧ ਪਈ ਜਾਂਦਾ ਸੀ। ਬੋਗਾ ਕਹਿੰਦਾ ਬਾਈ ਆਪਣੇ ਪੁਲੀ ਕਢਾ ਕੇ ਆ। ਅਸੀਂ ਜੀ ਖਾਲੀਆਂ ਨਾਲ ਉਹਦੇ ਨਾਲ ਕਈਆਂ ਨਾਲ ਦੇਖਿਆ ਤਾਂ ਪੁਲੀ ਲੰਬੀ ਸੀ, ਸਾਥੋਂ ਉਹ ਨਿਕਲ ਨਹੀਂ ਹੋਇਆ, ਤੇ ਬਾਈ ਕੀ ਕਰਿਆ ਵੀ ਭੱਜ ਕੇ ਜਾ ਕੇ ਪਾਲ ਸਿੰਘ ਮਿਸਤਰੀ ਦੇ ਘਰੋਂ ਬਾਂਸ ਬੁੱਕੀ ਚੱਕ ਲਿਆ ਜੀ। ਉਹ ਜੀ ਜਦੋਂ ਅਸੀਂ ਐ ਕੱਢੀ ਖਾਲੀ ਦੇ ਵਿੱਚ ਮਾਰ ਕੇ ਤਾਂ ਖੜੀ ਕਰਨ ਲੱਗੇ ਤਾਂ ਉਹ ਮੈਂ ਝਾੜਦਾ ਸੀਗਾ ਫੜ ਕੇ ਥੋੜਾ, ਬਾਈ ਜੀ ਦਾ ਨਾਲ ਦੀ ਨਾਲ ਹੀ ਉੱਥੇ ਖਤਮ ਹੋ ਗਿਆ। ਤੇ ਮੈਨੂੰ ਦੂਜੇ ਦਿਨ ਸੁਰਤ ਆਈ, ਮੈਨੂੰ ਤਾਂ ਦੂਜੇ ਦਿਨ ਪਤਾ ਲੱਗਿਆ ਵੀ ਮੇਰਾ ਬਾਈ ਐਂ ਕਰਕੇ ਆ ਗੱਲ ਹੋ ਗਈ। ਹਾਂਜੀ, ਮਤਲਬ ਮੀਂਹ ਦਾ ਮੌਸਮ ਸੀ ਜਦੋਂ ਤੁਸੀਂ ਇਹ ਨਾਲ ਪੈਂਦਾ ਵਾਲਾ ਸੀਗਾ ਜੀ, ਮੀਂਹ ਪੈਂਦਾ ਵਾਲਾ ਸੀ। ਉਹ ਬਾਈ ਦੇ ਘਰੇ ਪਾਣੀ ਪੈਣ ਲੱਗਾ, ਕੋਈ ਪੁਲੀ ਬੰਦ ਸੀਗੀ, ਬਾਈ ਭੱਜਿਆ ਗਿਆ ਵੀ ਆਪਣੇ ਘਰ 'ਚ ਪਾਣੀ ਪੈਂਦਾ, ਉਹ ਮੈਨੂੰ ਮੰਡੀ 'ਚੋਂ ਜਾ ਕੇ ਲਿਆਇਆ ਵੀ ਆਪਾਂ ਅਸੀਂ ਮੀਂਹ ਦੇ ਵਿੱਚ ਜੀ ਪੂਰਾ ਮੀਂਹ ਪੈਂਦੇ ਦੇ ਵਿੱਚ ਕੱਢਦੇ ਸੀ ਉਹ ਪਾਣੀ। ਤੇ ਉਹ ਜਦੋਂ ਮੈਂ ਬੋਕੀ ਅਸੀਂ ਵਿੱਚ ਮਾਰੀ ਤੇ ਜਦੋਂ ਬੋਕੀ ਅਸੀਂ ਖੜੀ ਕਰਨ ਲੱਗੇ ਉਸ ਦੇ ਹੱਥ ਵਿੱਚ ਸੀ, ਮੇਰੇ ਹੱਥ ਸੀ ਥੋੜਾ, ਤੇ ਜਦੋਂ ਇਹ ਮਾਰਨ ਲੱਗੇ ਉਹ ਮੌਕੇ ਤੇ ਨਾਲ ਦੀ ਨਾਲ ਹੋ ਗਈ। ਮਤਲਬ ਤੁਹਾਨੂੰ ਝਟਕਾ ਦੇ ਕੇ ਬਿਜਲੀ ਨੇ ਸਿੱਟਤਾ ਤੇ ਮਤਲਬ ਤੁਸੀਂ ਬੇਹੋਸ਼ ਹੋ ਗਏ? ਵੀ ਹਾਂ ਅਸੀਂ ਬੇਸ ਹੋ ਗਏ ਸੀ, ਮੈਨੂੰ ਦੂਜੇ ਦਿਨ ਪਤਾ ਲੱਗਿਆ ਸੀ। ਪਰ ਉਹਨਾਂ ਦੀ ਉਸ ਸਮੇਂ ਮੌਕੇ ਤੇ ਮੌਤ ਹੋ ਮੌਕੇ ਤੇ, ਹਾਂਜੀ ਮੌਕੇ ਤੇ। ਇਹ ਗੱਲ ਕਰੀ ਆ ਤੁਸੀਂ ਗਏ ਹੋ ਕਿਸੇ ਕੋਲ ਵੀ ਐਡਾ ਵੱਡੀ ਘਟਨਾ ਹੋ ਗਈ, ਕੋਈ ਮੌਕੇ ਦਾ ਅਧਿਕਾਰੀ ਆਇਆ ਸੀ ਉਸ ਸਮੇਂ? ਸਾਡੇ ਕੋਲ ਤਾਂ ਬਹੁਤ ਕੋਲੇ ਜਾ ਕੇ ਆਏ ਜੀ। ਹਾਂਜੀ,
ਸਾਨੂੰ ਅਸੀਂ ਮੌਕੇ ਤੇ ਗਏ, ਸਾਨੂੰ ਜਗਮੀਤ ਸਿੰਘ ਧੌਲਾ ਕਹਿੰਦਾ ਵੀ ਇਸ ਪਰਿਵਾਰ ਨੂੰ ਮੈਂ ਨੌਕਰੀਆਂ ਦਿਵਾਊਂ, ਐਂ ਕਰੂੰ, ਬਾਹ ਕਰੂੰ, ਪੈਨਸ਼ਨ ਲਵਾਊਂ। ਕੁਛ ਵੀ ਨਹੀਂ ਸੁਣੀ ਸਾਡੇ ਗਰੀਬਾਂ ਦੀ। ਅਸੀਂ ਜਾ ਕੇ ਸਾਡੇ ਮੌਕੇ ਤੇ ਆਇਆ ਸੀਗਾ, ਕਹਿੰਦਾ ਵੀ ਐਡੀ ਗੱਲ ਹੋ ਗਈ ਵੀ ਮੈਂ ਕਰੂੰ। ਸਾਡਾ ਕੁਛ ਨਹੀਂ, ਕਿਸੇ ਨੇ ਨਹੀਂ ਸੁਣੀ। ਫਿਰ ਅਸੀਂ ਗੁਰੂ ਕੋਲੇ ਗਏ, ਸਾਡੀ ਤਾਂ ਵੀ ਨਹੀਂ ਸੁਣੀ। ਫਿਰ ਇੰਨੀਆਂ ਪੰਚਾਇਤਾਂ ਬਣੀਆਂ, ਸਾਡੀ ਤਾਂ ਨਹੀਂ ਸੁਣੀ। ਵੋਟਾਂ ਲੈਣ ਆ ਜਾਂਦੇ ਨੇ। ਹਾਂਜੀ, ਇਹ ਸੰਜੀ ਭੋਲਾ ਸਿੰਘ ਜਿਨ੍ਹਾਂ ਨੇ ਮੌਕੇ ਦੇ ਕੋਲ ਸੀ, ਜਿਨ੍ਹਾਂ ਨੇ ਸਾਰੀ ਘਟਨਾ ਦੱਸੀ ਵੀ ਅਸਲ ਦੇ ਵਿੱਚ ਨਾ ਇਹ ਨਾਲੀ ਕੱਢ ਰਹੇ ਸੀ, ਪੁਲੀ ਦਾ ਜਿਹੜਾ ਮੀਂਹ ਦਾ ਪਾਣੀ ਸੀ ਉਹਨਾਂ ਦੇ ਘਰ ਵੱਲ ਜਾ ਰਿਹਾ ਸੀ ਤੇ ਉਹ ਪੁਲੀ ਕੱਢ ਰਹੇ ਸੀ। ਅਚਾਨਕ ਜਿਹੜੀ ਉਹ ਪਾਈਪ ਸੀ ਉਹ ਲੋਹੇ ਦੀ ਸੀ, ਬਾਂਸ ਬੁੱਕੀ ਕਹਿ ਦਿੰਦੇ ਆ ਜਿਹਨੂੰ ਆਪਾਂ, ਉਹ ਉੱਪਰ ਲੱਗ ਗਈ। ਉਸ ਸਮੇਂ ਇਹ ਮੌਕੇ ਤੇ ਨਾਲ ਸੀ ਤੇ ਇਹਨਾਂ ਦਾ ਜਿਹੜੀ ਉਸ ਸਮੇਂ ਇਹਨਾਂ ਨਾਲ ਜਦੋਂ ਮਤਲਬ ਝਟਕਾ ਵੱਜਿਆ ਤਾਂ ਇਹ ਉੱਥੇ ਬੇਹੋਸ਼ ਹੋ ਗਏ ਤੇ ਜਿਹੜੇ ਨਾਲ ਸੀ ਉਹ ਸਵਰਗਵਾਸੀ ਬੋਗਾ ਸਿੰਘ ਜਿਨ੍ਹਾਂ ਦੀ ਗੱਲ ਕਰ ਰਹੇ ਆ ਉਹ ਮੌਕੇ ਤੇ ਹੀ ਉਸ ਸਮੇਂ ਆਪਣੇ ਜਿਹੜੇ ਸਾਹ ਸਵਾਸ ਪੂਰੇ ਕਰ ਗਏ। ਅਗਲੇ ਹੋਰ ਅਸੀਂ ਲੋਕਾਂ ਨਾਲ ਗੱਲ ਕਰਦੇ ਆ। ਮੇਰਾ ਨਾਮ ਬਿੰਦਰ ਸਿੰਘ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਫਨਕਾਰ ਟੀਵੀ ਦਾ ਧੰਨਵਾਦ ਕਰਦਾ ਜੋ ਕਿ ਸਾਡੀ ਬੀਜੀ ਜਾ ਕੇ ਸਾਡੀ ਲੈਣ ਦੀ ਸਮੱਸਿਆ ਦਾ ਹੱਲ ਕਰ। ਤੇ ਮੈਂ ਬਾਈ ਜੀ ਦੱਸਣਾ ਚਾਹੁੰਦਾਗਾ 2006 ਦੇ ਵਿੱਚ ਮੇਰੇ ਪਿਤਾ ਜੀ ਦੀ ਡੈਥ ਹੋ ਗਈ ਸੀ ਇਹ ਲੈਣ ਕਾਰਨ। ਉਹ ਬੋਗਾ ਸਿੰਘ ਜੀ ਤੁਹਾਡੇ ਪਿਤਾ ਜੀ? ਮੇਰੇ ਪਿਤਾ ਜੀ ਸੀਗੇ। ਅਸੀਂ ਅੱਜ ਵੀ ਜਦੋਂ ਘਰੇ ਆਉਣੇ ਹੈਗੇ ਸਾਨੂੰ ਇਹ ਲੈਣ ਮੱਥੇ 'ਚ ਵੱਜਦੀ ਰਹਿੰਦੀ ਹੈ ਸਾਡੀ। ਅਸੀਂ ਬਹੁਤ ਕੋਲੇ ਅਪੀਲਾਂ ਕਰੀਆਂ, ਬਥੇਰੀਆਂ ਜਾ ਕੇ ਉਹ ਕਰੀਆਂ, ਦਲਬਾਰੇ ਗੁਰੂ ਕੋਲੇ, ਹੋਰ ਮੰਤਰੀਆਂ ਕੋਲੇ, ਬਹੁਤ ਕੋਲੇ ਗਏ। ਪਹਿਲਾਂ ਪਿਰਮਲ ਆਇਆ ਜੀ ਇੱਥੇ, ਉਹ ਕਹਿੰਦਾ ਵੀ ਸਾਨੂੰ ਵੋਟਾਂ ਪਾਓ। ਪਿਰਮਲ ਕਹਿੰਦਾ ਵੀ ਚਾਹੇ ਮੈਂ ਜਿੱਤਾਂ ਚਾਹੇ ਹਾਰਾਂ, ਕਹਿੰਦਾ ਇਹ ਲੈਣ ਮੈਂ ਕਢਾਊਂ। ਪਿਰਮਲ ਨੇ ਇਹਦਾ ਹੱਲ ਨਹੀਂ ਕਰਿਆ। ਆਇਆ ਇੱਥੇ ਆ ਕੇ ਦੇਖ ਕੇ ਵਗ ਜਾਂਦਾ ਗਾ। ਹੁਣ ਇਹ ਲੈਣ ਦਾ ਐਸਟੀਮੇਟ 3,25,000 ਰੁਪਇਆ ਬਣਾਇਆ ਹੈਗਾ। ਇਹ ਸਾਰੀ ਬੀਹੀ ਮਜ਼ਦੂਰੀ ਕਰਨ ਵਾਲੀ ਨੂੰ ਗਈ। ਜਿਹੜਾ ਬੰਦਾ 300 ਰੁਪਇਆ ਕਮਾ ਰਿਹਾ ਉਹ 3,25,000 ਰੁਪਏ ਦਾ ਬਜਟ ਕਿਵੇਂ ਚੱਲ ਲੂਗਾ? ਬਾਕੀ 3 ਲੱਖ ਰੁਪਇਆ ਇੱਥੇ ਦੇਣ ਵਾਲਾ ਹੈਗਾ ਉਹਨਾਂ ਦਾ। ਅਸੀਂ ਤਾਂ ਨੇ ਤੁਹਾਡੇ ਤੋਂ ਮੰਗਿਆ ਵੀ 3,25,000 ਤੁਸੀਂ ਜਮ੍ਹਾਂ ਕਰਾਓ ਤੇ ਅਸੀਂ ਜਿਹੜੀ ਲਾਈਨ ਆ ਇਹਦਾ ਹੱਲ ਕਰਕੇ ਦੇਵਾਂਗੇ। ਹਾਂ, ਪ੍ਰਸ਼ਾਸਨ ਨੇ ਮੰਗਿਆਗਾ। ਜਈ ਆਇਆ ਸੀ ਆਪ, ਬਿਜਲੀ ਮਹਿਕਮਾ ਆਉਂਦਾ ਰਿਹਾ, ਐਸਟੀਮੇਟ ਬਣਾਉਂਦੇ ਰਹੇ ਆ ਉਹ। ਐਤਕੀ ਵੀ ਅਸੀਂ ਪੰਚਾਇਤ ਨੂੰ ਵੀ ਕਿਹਾ, ਪੰਚਾਇਤ ਵੀ ਸਾਡਾ ਕੋਈ ਹੱਲ ਨਹੀਂ ਕਰਿਆ ਹੈਗਾ। ਸਾਨੂੰ ਪਤਾ ਲੱਗਿਆ ਜਦੋਂ ਖੁੱਡੀ ਪੱਤੀ ਦੀ ਪੰਚਾਇਤ ਅਲੱਗ ਹੋ ਗਈ, ਸਾਨੂੰ ਵਧੀਆ ਖੁਸ਼ੀ ਹੋਈ ਵੀ ਯਾਰ ਖੁੱਡੀ ਪੱਤੀ ਦੀ ਪੰਚਾਇਤ ਅਲੱਗ ਹੋ ਗਈ ਵੀ ਆਪਣੇ ਗਵਾੜ ਦੇ ਕੰਮ ਹੋਣਗੇ। ਪਰ ਕੰਮ ਤਾਂ ਕੀ ਹੋਣਾ ਸੀਗਾ, ਕੁਝ ਵੀ ਨਹੀਂ ਹੋ ਰਿਹਾ। ਅਸੀਂ ਜਾ ਕੇ ਕਿਹਾ ਉਹਨਾਂ ਨੂੰ ਵੀ ਸਾਡਾ ਹੱਲ ਕਰੋ ਜੀ। ਕਹਿੰਦੇ ਇਹਦੇ ਤਾਂ ਲੈਣ ਦਾ ਖਰਚਾ ਹੀ ਬਹੁਤ ਆ ਜੀ, ਕੀ ਵੋਟਾਂ ਵੇਲੇ ਪਤਾ ਨਹੀਂ ਲੱਗਦਾ ਹੈਗਾ ਉਹਨਾਂ ਨੂੰ। ਇਦੋਂ ਬਾਅਦ ਅਸੀਂ ਅੱਜ ਤੁਹਾਡੇ ਰਾਹੀਂ ਦੱਸ ਰਹੇ ਹਾਂ ਕਿ ਸਾਰੀ ਬੀਹੀ ਵੋਟਾਂ ਦਾ ਬਾਈਕਾਟ ਕਰੂਗੀ। ਜਦੋਂ ਵੀ ਕੋਈ ਇਲੈਕਸ਼ਨ ਆਊਗੀ ਸਾਰੇ ਅਸੀਂ ਕਾਲੀਆਂ ਝੰਡੀਆਂ ਲਾ ਕੇ ਵਿਰੋਧ ਕਰਾਂਗੇ। ਕਿਸੇ ਵੀ ਮੰਤਰੀ ਨੂੰ, ਕਿਸੇ ਵੀ ਐਮਐਲਏ ਨੂੰ ਜਾਂ ਕਿਸੇ ਵੀ ਸਰਪੰਚ ਨੂੰ ਅਸੀਂ ਬੀਹੀ 'ਚ ਨਹੀਂ ਵੜਨ ਦੇਵਾਂਗੇ। ਇਹ ਤੁਹਾਨੂੰ ਲੱਗਦਾ ਵੀ ਜਿਹੜਾ ਇਹ ਮਸਲਾ ਵੀ ਇੱਥੇ ਜਿਹੜੇ ਘਰ ਨੇ ਉਹ ਆਪਣੇ ਰਮਦਾਸੀਆਂ ਸਿੱਖ ਹੋਣ ਦੇ ਕਰਕੇ ਹੀ ਮਸਲਾ ਠੰਡਾ, ਜੇ ਕਿਤੇ ਇੱਥੇ ਕਿਸੇ ਤਗੜੀ ਬਰਾਦਰੀ ਦਾ ਹੁੰਦਾ ਤਾਂ ਫਿਰ ਇਹ ਅੱਜ ਨੂੰ ਇਹ ਹੱਲ ਹੋ ਜਾਣਾ ਚਾਹੀਦਾ ਸੀ? ਹੋ ਜਾਂਦਾ ਬਈ, ਜੇ ਇੱਥੇ ਤਾਕੜੇ ਹੁੰਦੇ ਤਾਕੜਿਆਂ ਨੇ ਤਾਂ ਕਰਾ ਲੈਣਾ ਸੀਗਾ। ਹੁਣ ਅਸੀਂ ਕਿੱਥੇ ਕਰਾ ਸਕਦੇ? ਲੋਕ ਸੱਤਾਂ ਪਾਉਣ ਕੰਨੀ ਖੜੇ ਨੇਗੇ। ਸਾਨੂੰ ਅੱਜ ਵੀ ਇਹ ਲੈਣ, ਜਦੋਂ ਆਹ ਖੰਭਾ ਹੁਣ ਟੁੱਟਣ ਵਾਲਾ ਹੋਇਆ ਪੈਗਾ, ਇਹ ਖੰਭਾ ਟੁੱਟ ਗਿਆ, ਇੱਥੇ ਹੋਰ ਵੀ ਘਟਨਾ ਵਾਪਰ ਸਕਦੀ ਹੈ ਜੀ। ਇਹਦਾ ਕੌਣ ਜ਼ਿੰਮੇਵਾਰ ਹੈਗਾ? ਜਦੋਂ ਘਟਨਾ ਵਾਪਰ ਜਾਂਦੀ ਆ ਪ੍ਰਸ਼ਾਸਨ ਉਦੋਂ ਆ ਕੇ ਕਹਿ ਦਿੰਦਾ ਕੋਈ ਗੱਲ ਨਹੀਂ, ਜਾਂ ਕੋਈ ਐਮਐਲਏ ਕਹਿ ਦਿੰਦਾ ਵੀ ਤੁਹਾਡਾ ਕਰਾ ਦਾਂਗੇ। ਯਾਨੀ ਕਿ ਘਟਨਾ ਦੇ ਵਾਪਰਨ ਦੇ ਬਾਵਜੂਦ ਹੀ ਬਾਅਦ 'ਚ ਹੀ ਆਉਂਦੇ ਨੇਗੇ। ਉਦੋਂ ਪਹਿਲਾਂ ਇਹ ਚੀਜ਼ ਦਾ ਕੋਈ ਹੱਲ ਨਹੀਂ ਕਰ ਰਹੇ। ਹੁਣ ਆਹ ਘਰਾਂ ਦੇ ਵਿੱਚ ਦੀ ਜਾਂਦੀਆਂ ਨੇ ਲੈਣਾ, ਇਹ ਸੱਤਾਂ ਪਾਉਣ ਕੰਨੀ ਖੜੇ ਨੇਗੇ। ਕੀ ਇਹਦਾ ਕਰਿਆ ਜਾਵੇ? ਅਸੀਂ ਤਾਂ ਕਹਿੰਦੇ ਇਹਦਾ ਹੱਲ ਹੋਣਾ ਚਾਹੀਦਾ ਜੀ। ਮਤਲਬ ਪ੍ਰਸ਼ਾਸਨ ਕਿਸੇ ਵੱਡੀ ਘਟਨਾ ਦੀ ਆੜ 'ਚ ਵੀ ਜਦੋਂ ਘਟਨਾ ਹੋਈ ਬਾਅਦ 'ਚ ਕਾਰਵਾਈ ਕਰਨੀ। ਹਾਂ, ਬਾਅਦ 'ਚ ਕਾਰਵਾਈ ਕਰਨੀ ਹੈ। ਇਹਦੇ ਤੇ ਹੁਣ ਤੁਸੀਂ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਜਾਂ ਮੌਕੇ ਦੀ ਸਰਕਾਰ ਤੋਂ? ਅਸੀਂ ਤਾਂ ਮੌਕੇ ਦੀ ਸਰਕਾਰ ਤੋਂ ਵੀ ਇਹੀ ਮੰਗ ਕਰਦੇ ਹਾਂ ਜੀ, ਸਾਡਾ ਇਹਦਾ ਹੱਲ ਹੋਣਾ ਚਾਹੀਦਾ ਗਾ। ਬਾਕੀ ਅਸੀਂ ਸਾਰੇ ਲੋਕਾਂ ਨੂੰ, ਪਿੰਡ ਦੀ ਪੰਚਾਇਤ ਨੂੰ, ਸਾਡੇ 5 ਸਰਪੰਚ ਨੇਗੇ, ਉਹਨਾਂ ਨੂੰ ਵੀ ਕਹਿੰਦੇ ਆ, ਅਪੀਲ ਕਰਦੇ ਹਾਂ ਹੱਥ ਜੋੜ ਕੇ ਵੀ ਸਾਡੀ ਵੀ ਇਹਦਾ ਹੱਲ ਕਰਾਇਆ ਜਾਵੇ। ਸੋ ਇਹ ਸਨ ਬਿੰਦਰ ਸਿੰਘ ਜੀ ਜਿਹੜੇ ਦੱਸ ਰਹੇ ਸੀ ਵੀ ਜਿਨ੍ਹਾਂ ਦੀ ਆਪਾਂ ਗੱਲ ਕਰਕੇ ਹਟਿਆ ਵੀ 15 ਸਾਲ ਪਹਿਲਾਂ ਇੱਥੇ ਮਸਲੇ 'ਚ ਮੌਤ ਹੋਈ ਆ। ਉਹਨਾਂ ਦੇ ਬੇਟਾ ਜੀ ਨੇ ਦੱਸਿਆ ਵੀ ਜਦੋਂ ਵੀ ਅਸੀਂ ਗਲੀ ਦੇ ਵਿੱਚ ਆਉਣੇ ਆ ਤਾਂ ਇਹ ਖੰਭਾ ਹਮੇਸ਼ਾ ਇਹਨਾਂ ਨੂੰ ਆਪਣੇ ਉਸ ਜਿਹੜੀ ਅਚਾਨਕ ਹੋਈ ਮੌਤ ਦੀ ਯਾਦ ਦਿਵਾਉਂਦਾ ਰਹਿੰਦਾ। ਵੱਡੇ ਅਧਿਕਾਰੀਆਂ ਤੋਂ ਇਲਾਵਾ ਵੀ ਇਹ ਆਪਣੇ ਮੌਕੇ ਦੇ ਐਮਐਲਏ ਜਾਂ ਸਰਕਾਰ ਦੇ ਮੰਤਰੀਆਂ ਤੱਕ ਇਹਨਾਂ ਨੇ ਪਹੁੰਚ ਕਰੀ ਆ, ਪਰ ਇਹਨਾਂ ਦਾ ਕੋਈ ਹੱਲ ਨਹੀਂ ਹੋਇਆ। ਇਹ ਕਹਿ ਰਹੇ ਨੇ, ਇਹਨਾਂ ਦਾ ਇੱਕ ਗੱਲ ਹੋਰ ਕਹਿਣਾ ਵੀ ਜੇ ਅਸੀਂ ਮੰਨ ਲਓ ਇਹ ਘਰ ਵਧੀਆ ਕਿਸੇ ਤਕੜੇ ਬਰਾਦਰੀ ਦੇ ਹੁੰਦੇ ਤਾਂ ਅੱਜ ਨੂੰ ਇਹਨਾਂ ਦੀ ਲਾਈਨ ਦਾ ਜਿਹੜਾ ਮਸਲਾ ਹੱਲ ਹੋ ਜਾਣਾ ਚਾਹੀਦਾ ਸੀ। ਇੱਥੋਂ ਦੇ ਅਸੀਂ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਹਾਂ। ਹਾਂਜੀ, ਤੁਹਾਡਾ ਨਾਮ ਦੱਸੋ ਜੀ? ਲਾਡੀ ਸਿੰਘ ਮੇਰਾ ਨਾਮ ਆ ਜੀ। ਤੇ ਇਹ ਪੂਰੇ ਮਾਮਲੇ 'ਚ ਤੁਸੀਂ ਕੀ ਕਹਿਣਾ ਚਾਹੁੰਦੇ? ਇਸ ਮਾਮਲੇ ਵਿੱਚ ਤਾਂ ਇਹੀ ਚਾਹਣਾ ਅਸੀਂ ਜੀ, ਇਹ ਸਾਰੀ ਵੀ ਮਤਲਬ ਬਹੁਤ ਪੰਚਾਇਤਾਂ ਕੋਲੇ, ਸਾਰੀਆਂ ਕੋਲੇ ਜਾਂ ਲੀਡਰ ਕੋਈ ਵੀ ਆਉਂਦਾ, ਅਕਾਲੀ ਦਲ ਦਾ ਆਵੇ ਚਾਹੇ ਕਾਂਗਰਸੀ ਆਉਣ ਚਾਹੇ ਆਮ ਵਾਲੇ ਆਉਣ, ਸਾਰਿਆਂ ਕੋਲੇ ਇਹ ਘਰ ਜਾ ਕੇ ਥੱਕ ਗਏ ਨੇ। ਜਿਹੜੀ 15 ਸਾਲ ਦੀ ਪਹਿਲਾਂ ਗੱਲ ਕਰ ਰਹੇ ਹਾਂ, ਮੇਰਾ ਭਰਾ ਸੀਗਾ ਮੇਰੇ ਤੋਂ ਵੱਡਾ ਬੋਗਾ ਸਿੰਘ, ਉਹਨਾਂ ਦੀ ਡੈਥ ਹੋ ਗਈ ਸੀ ਇੱਥੇ। ਅਸੀਂ ਜਦੋਂ ਇੱਥੇ ਆਉਣੇ ਆ ਸਾਰੇ ਪਰਿਵਾਰ ਨੂੰ ਹੀ ਦੁੱਖ ਹੁੰਦਾ ਗਾ। ਵੈਸੇ ਤਾਂ ਸਾਰੇ ਹੀ ਘਰ ਨੇ ਜਿਹੜੇ ਜਾਂ ਪਿੰਡ ਹੈ ਸਾਰਿਆਂ ਨੇ ਦੁੱਖ ਮੰਨਿਆ ਜੀ ਇਸ ਚੀਜ਼ ਦਾ,
ਪਰ ਇਸ ਵਾਸਤੇ ਅਸੀਂ ਇਹ ਚੀਜ਼ ਕਹਿੰਦੇ ਆ ਵੀ ਕੋਈ ਵੀ ਇਹਦਾ ਮਸਲਾ ਕਿਵੇਂ ਵੀ ਹੱਲ ਹੋਣਾ ਚਾਹੀਦਾ। ਇੱਥੇ ਮੌਜੂਦਾ ਮੈਂਬਰ ਜੀ ਵੀ ਖੜੇ ਨੇ ਸਾਡੇ, ਇਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਤੁਸੀਂ ਵੀ ਕਹੋ, ਜਿੱਥੇ ਤੱਕ ਪਹੁੰਚ ਜਾ ਤੁਹਾਡੀ ਉੱਥੇ ਤੱਕ। ਸਰਪੰਚ ਨੂੰ ਵੀ ਬੇਨਤੀ ਕੀਤੀ ਸੀਗੀ ਅਸੀਂ, ਦਲਬਾਰਾ ਸਿੰਘ ਗੁਰੂ ਉਦੋਂ ਇੱਥੇ ਹਲਕਾ ਇੰਚਾਰਜ ਲੱਗੇ ਸੀ, ਉਹਨਾਂ ਨੂੰ ਵੀ ਬੇਨਤੀ ਕੀਤੀ ਸੀ। ਪਰ ਇੱਕ ਚੀਜ਼ ਜ਼ਰੂਰੀ ਹੈ ਵੀ ਜੋ ਚਲੋ ਇਹ ਚੀਜ਼ਾਂ ਹੁੰਦੀਆਂ ਨੇ ਵੀ ਪੈਸੇ ਤੋਂ ਬਿਨਾਂ ਵੀ ਨਹੀਂ ਹੋ ਸਕਦੀਆਂ। ਉਹ ਪੈਸੇ ਦਾ ਮਤਲਬ ਇਹ ਹੁੰਦਾ ਵੀ ਜਿਹੜੇ ਲੱਖਾਂ ਦੇ ਵਿੱਚ ਜਾ ਵੜਦੀ ਹੈ ਗੱਲ, ਉਹ ਗਰੀਬ ਬੰਦੇ ਨਹੀਂ ਕਰ ਸਕਦੇ। ਜੇ ਹੁਣ ਕੋਈ ਤਾਰ ਪਵਾਉਣੀ ਹੈਗੀ ਜਾਂ ਕੋਈ ਹੋਰ ਕੇਬਲ ਪਵਾਉਣੀ ਆ, 1000-2000 ਦੀ ਗੱਲ ਹੋਵੇ ਤਾਂ ਉਹ ਗੱਲ ਤਾਂ ਚੱਲ ਸਕਦੀ ਹੈ। ਹੁਣ ਇੱਥੇ ਗਰੀਬ ਬੰਦੇ ਨੇ ਇੰਨੇ ਪੈਸੇ ਨਹੀਂ ਲਾ ਸਕਦੇ। ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਵੀ ਵੱਧ ਤੋਂ ਵੱਧ ਚਾਹੇ ਕੋਈ ਲੀਡਰ ਆਵੇ, ਵੋਟਾਂ ਮੰਗਣ ਆਉਂਦੇ ਨੇ ਜਾਂ ਕਦੋਂ ਵੀ, ਮਸਲਾ ਤਾਂ ਵੋਟਾਂ ਦਾ ਹੀ ਹੁੰਦਾ। ਜਦੋਂ ਕੋਈ ਵੋਟਾਂ ਲੈਣ ਆਉਂਦਾ ਉਦੋਂ ਗਰੀਬ ਬੰਦੇ ਨੂੰ ਇਹ ਹੁੰਦਾ ਵੀ ਆਪਾਂ ਆਹ ਚੀਜ਼ ਰੱਖੀ ਇਹਨਾਂ ਦੇ ਸਾਹਮਣੇ। ਉਹ ਚੀਜ਼ਾਂ ਵੀ ਰੱਖ ਦੇਖ ਲੀਆਂ। ਹੁਣ ਵੀ ਅਸੀਂ ਕਿਸੇ ਨੂੰ ਕੋਈ ਉਹ ਨਹੀਂ ਕਰਦੇ, ਮਤਲਬ ਤਾਂ ਇਹੀ ਚੀਜ਼ ਆ ਵੀ ਅਸੀਂ ਪ੍ਰੇਮ ਦੇ ਨਾਲ ਹੀ ਸਭ ਨੂੰ ਬੇਨਤੀ ਕਰਦੇ ਹਾਂ ਵੀ ਕੋਈ ਵੀ ਮਸਲਾ ਹੱਲ ਕਰ ਸਕੇ। ਪਿਰਮਲ ਸਿੰਘ ਸਾਡੇ ਪਿੰਡ ਦੇ ਹਨ, ਜਿੱਤੇ ਨੇਗੇ ਹੁਣ, ਤੇ ਘੁੰਸ ਸਾਹਿਬ ਜੀ ਕੋਲੇ ਵੀ ਗਏ, ਹੋਰ ਵੀ ਮੈਥੋਂ ਪਹਿਲਾਂ ਬੁਲਾਰੇ ਬੋਲ ਚੁੱਕੇ ਨੇ, ਸਾਰਾ ਕੁਝ ਦੱਸ ਚੁੱਕੇ ਨੇ। ਬਸ ਇਹੀ ਮਸਲਾ ਜੀ ਵੀ ਇਹ ਤਾਰਾਂ ਇੱਥੋਂ ਜੇ ਇਹ ਖੰਭਾ ਨਿਕਲ ਜਾਵੇ ਤਾਂ ਬਾਹਲੀ ਚੰਗੀ ਗੱਲ ਆ, ਕੋਈ ਹੋਰ ਨਾ ਘਟਨਾ ਤੇ ਵਾਪਰੇ। ਇੰਨਾ ਕੁਝ ਕਹਿੰਦਾ ਖਿਮਾਂ ਦੇ ਜੱਜ ਗਾਂ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਾਡੇ ਨਾਲ ਮੌਕੇ ਦੀ ਖੁੱਡੀਪੱਤੀ ਪੰਚਾਇਤ ਦੇ ਵਿੱਚੋਂ ਮੌਜੂਦਾ ਮੈਂਬਰ ਸਰਦਾਰ ਮਿੱਠੂ ਸਿੰਘ ਜੀ ਨੇ, ਉਹਨਾਂ ਤੋਂ ਇਸ ਸੰਬੰਧੀ ਆਪਾਂ ਵਿਚਾਰ ਲੈਂਦੇ। ਹਾਂਜੀ, ਸਵਾਗਤ ਹੈ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮਿੱਠੂ ਸਿੰਘ ਮੈਂਬਰ ਬੋਲਦਾ ਜੀ ਮੈਂ ਜੀ। ਅਸੀਂ ਬਹੁਤ ਮਤੇ ਵੀ ਪਾ ਚੁੱਕੇ ਚੀਜ਼ ਦੇ, 2 ਵਾਰੀ ਮਤਾ ਪਾਤਾ ਇਹ ਤੋਂ ਪਹਿਲਾਂ। ਅਸੀਂ ਕਹਿੰਦੇ ਵੀ ਨਿਕਲਣੀ ਚਾਹੀਦੀ ਹੈਗੀ, ਕਿਉਂ ਗਰੀਬ ਆਦਮੀਆਂ ਦੇ ਘਰ ਨੇ ਸਭ ਦੇ। ਇਹ ਨਿਕਲਣੀ ਲਾਈਟ ਦਾ ਬਹੁਤ ਦੁੱਖ ਹੈ ਇਹਦਾ ਸਾਨੂੰ ਗਰੀਬਾਂ ਨੂੰ। ਜੇ ਤਕੜੇ ਦਾ ਹੁੰਦਾ ਇੱਥੇ ਅੱਜ ਨੂੰ ਇਹ ਹੱਲ ਹੋ ਗਿਆ ਹੁੰਦਾ। ਇਹ ਗਰੀਬਾਂ ਕਰਕੇ ਉਹ ਹੋ ਰਿਹਾ ਹੈ। ਜੇ ਅਸੀਂ ਤਾਂ ਇਹੀ ਮੰਗਦੇ ਹਾਂ ਸਰਕਾਰ ਤੋਂ, ਜਾਂ ਕੋਈ ਵੀ ਮਨ ਆਉਂਦਾ, MLA ਆਉਂਦਾ ਜਾਂ ਹੋਰ ਸਰਕਾਰ ਆਉਂਦੀ ਆ, ਕੋਈ ਮੰਤਰੀ ਆਉਂਦਾ, ਵੀ ਸਾਡਾ ਇਹ ਹੱਲ ਹੋਣਾ ਚਾਹੀਦਾ ਗਰੀਬਾਂ ਦਾ। ਇੰਨਾ ਮੌਕੇ ਦੇ ਅਧਿਕਾਰੀ ਨਾਲ ਕਰੀ ਆ ਕਿਸੇ ਨਾਲ ਪੰਚਾਇਤ ਵੱਲੋਂ? ਇਹਦੇ ਅਧਿਕਾਰੀ ਨਾਲ ਹਲੇ ਗੱਲ ਕੋਈ ਨਹੀਂ ਕਰੀ ਜੀ। ਅਸੀਂ ਆਪ ਮਤੇ ਪਾ ਕੇ ਦੇਤੇ 2 ਵਾਰੀ ਵੀ ਚਲੋ ਕਿਸੇ ਹਿਸਾਬ ਨਾਲ ਵੀ ਹੱਲ ਹੋ ਜੇ। ਹਾਂਜੀ, ਇਹ ਪੰਚਾਇਤ ਵੱਲੋਂ ਮੰਗ ਕਰਦੇ ਹੋ ਇਸ ਚੀਜ਼? ਹਾਂਜੀ, ਮੰਗ ਕਰਦੇ ਹਾਂ ਜੀ, ਬਿਲਕੁਲ ਮੰਗ ਕਰਦੇ ਹਾਂ ਵੀ ਸਾਡਾ ਇਹ ਹੱਲ ਹੋਣਾ ਚਾਹੀਦਾ। ਬਿਲਕੁਲ ਹਾਂਜੀ, ਇਹਨੂੰ ਪਹਿਲ ਦੇ ਆਧਾਰ ਤੇ ਰੱਖੋਗੇ? ਮੰਗ ਪਹਿਲ ਦੇ ਆਧਾਰ ਤੇ ਰੱਖਿਆ ਵੀ, ਪਹਿਲ ਦੇ ਆਧਾਰ ਤੇ ਹੋਇਆ ਜੀ, ਸਾਡਾ ਮਤਾ ਪਾਇਆ ਹੋਇਆ। ਹਾਂਜੀ ਹਾਂਜੀ, ਸਾਡੇ ਨਾਲ ਨੇ ਇਸ ਸਮੇਂ ਹਲਕਾ ਭਦੌੜ ਦੇ ਚੇਅਰਮੈਨ ਕੁਲਵਿੰਦਰ ਸਿੰਘ ਕਾਲਾ ਜੀ, ਉਹਨਾਂ ਨਾਲ ਇਸ ਮਸਲੇ ਤੇ ਗੱਲ ਕਰਦੇ ਹਾਂ। ਹਾਂਜੀ, ਸਵਾਗਤ ਹੈ ਜੀ। ਹਾਂਜੀ, ਸਵਾਗਤ ਆ ਪਹਿਲਾਂ ਤਾਂ ਫਨਕਾਰ ਟੀਵੀ ਦਾ। ਜਿਹੜੇ ਵੱਖ-ਵੱਖ ਸਮੇਂ ਤੇ ਜਿਹੜੇ ਆਪਣੇ ਲੋਕ ਮਸਲੇ ਨੇ ਉਹ ਉਠਾਉਂਦੇ ਰਹਿੰਦੇ ਆ, ਬਹੁਤ ਗਰਾਊਂਡ ਤੋਂ ਮਤਲਬ ਜਿਹੜੇ ਆਹ ਮਸਲੇ ਉਠਾਉਂਦੇ ਆ, ਇਹਨਾਂ ਦਾ ਤੁਹਾਡਾ ਬਹੁਤ-ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਤੁਹਾਡਾ। ਇਸ ਪੂਰੇ ਮਸਲੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ? ਜਿਹੜਾ ਇਹ ਲਾਈਨ ਦਾ ਮਸਲਾ ਗਾ, ਇਹ ਬਹੁਤ ਹੀ ਮਤਲਬ ਜਿਹੜੀ ਲਾਈਨ ਹੈ ਬਹੁਤ ਘਾਤਕ ਆ। ਜਿਹੜੇ ਆਪਣੇ ਕਲੋਨੀ ਹੈ ਇਹਦੇ ਉੱਤੇ ਜਿਹੜੇ ਮਤਲਬ ਪਲਾਟ ਨੇ ਜਿਨ੍ਹਾਂ ਨੇ ਲੋਕਾਂ ਨੇ ਘਰ ਪਾਉਣੇ, ਉਹਨਾਂ ਲਈ ਘਾਤਕ ਆ। ਪਹਿਲਾਂ ਵੀ ਇੱਥੇ ਇੱਕ ਡੈਥ ਹੋ ਚੁੱਕੀ ਆ, ਹੁਣ ਵੀ ਮਤਲਬ ਜਿਹੜੀਆਂ ਤਾਰਾਂ ਨੇ ਡੇਢੀਆਂ ਵਿੰਗੀਆਂ ਨੇ, ਕਦੋਂ ਵੀ ਕੋਈ ਮਤਲਬ ਇਹ ਘਾਤਕ ਸਿੱਧ ਹੋ ਸਕਦਾ ਗਾ। ਇਹਦੇ ਲਾਈਨ ਦੇ ਸੰਬੰਧ ਵਿੱਚ ਮੈਂ ਵੀ ਮਤਲਬ ਜਈ ਤੋਂ ਲੈ ਕੇ ਐਕਸ਼ਨ ਤੱਕ ਮੇਲ ਮਿਲਾਪ ਕੀਤਾ ਗਾ। ਪਹਿਲਾਂ ਤਾਂ ਇਹੀ ਗੱਲ ਕਹਿੰਦੇ ਸੀਗੇ ਵੀ ਜਿਹੜਾ ਇਹਦਾ ਬਣਿਆ ਹੋਇਆ ਐਸਟੀਮੇਟ ਬਣਿਆ ਹੋਇਆ 3,70,80,000 ਦਾ ਸਮਥਿੰਗ ਹੈਗਾ। ਤੇ ਉਹ ਮੈਂ ਐਕਸ਼ਨ ਸਾਹਿਬ ਨੂੰ ਮਿਲਿਆ ਸੀਗਾ, ਮੈਂ ਕਿਹਾ ਵੀ ਇੰਨਾ ਤਾਂ ਜਿਹੜੇ ਉੱਥੋਂ ਦੇ ਲੋਕ ਨੇ ਬਸਿੰਦੇ ਨੂੰ ਅਫੋਰਡ ਨਹੀਂ ਕਰ ਸਕਦੇ ਹੈਗੇ, ਕਿਉਂਕਿ ਗਰੀਬ ਲੋਕ ਨੇ। ਤੇ ਇਹਦਾ ਤੁਸੀਂ ਸਿਸਟਮ ਸੁਧਾਰ ਦੇ ਵਿੱਚ ਕੁਝ ਕਰ ਲਓ। ਇੱਕ ਸਿਸਟਮ ਸੁਧਾਰ ਵੀ ਹੈਗਾ ਸੀਗਾ, ਮੈਨੂੰ ਦੱਸਿਆ ਸੀਗਾ, ਤੇ ਮਤਲਬ ਕੋਈ ਗੱਲ ਨਹੀਂ ਬਣੀ ਹੈਗੀ। ਉਦੋਂ ਬਾਅਦ ਫੇਰ ਹੁਣ ਅਸੀਂ 3-4 ਪਹਿਲਾਂ ਗੱਲ ਕੀਤੀ, ਮੈਂ ਆਪਣੇ ਮੰਤਰੀ ਸਾਹਿਬ ਨੂੰ ਬਲਵੀਰ ਸਿੰਘ ਸਿੱਧੂ ਨੂੰ ਮਿਲੇ ਸੀਗੇ ਅਸੀਂ, ਤੇ ਬਲਜਿੰਦਰ ਸਿੰਘਲਾ ਸਾਹਿਬ ਨੂੰ ਮਿਲੇ ਸੀਗੇ। ਇੱਕ ਹੁਣ ਵਿਧਾਨ ਸਭਾ ਦੇ ਵਿੱਚ ਅਸੀਂ ਪਤਾ ਕਰਿਆ, ਵਿਧਾਨ ਸਭਾ ਦੇ ਵਿੱਚ ਮਤਾ ਪਾਸ ਹੋਇਆਗਾ, ਜਿਹੜਾ ਕਿ ਮਤਲਬ ਬਹੁਤ ਹੀ ਚੀਪ ਪ੍ਰਾਈਸ ਦੇ ਉੱਤੇ ਇਹ ਜਿਹੜੀ ਲਾਈਨ ਆ ਉਹ ਬਾਹਰ ਕੱਢੀ ਜਾ ਸਕਦੀ ਆ। ਇਹ ਪਤਾ ਕਿੱਥੋਂ ਕਰਿਆ, ਕਿਉਂਕਿ ਤਪੇ ਵੀ ਬਾਜੀਗਰ ਬਸਤੀ ਦੇ ਵਿੱਚੋਂ ਕੱਢੀ ਆ। ਹੁਣ ਇਸ ਦੇ ਸੰਬੰਧ ਵਿੱਚ ਅਸੀਂ ਪਰਸੋਂ ਚੌਥੇ ਤਕਰੀਬਨ ਮੈਂ ਤੇ ਮੇਰਾ ਜੱਸੀ ਨਾਲ ਗਏ ਸੀਗੇ। ਅਸੀਂ ਐਕਸ਼ਨ ਸਾਹਿਬ ਨੂੰ ਮਿਲ ਕੇ ਆਏ, ਡਿਪਾਰਟਮੈਂਟ ਨੂੰ ਮਿਲ ਕੇ ਆਏ ਆ। ਉਹ ਉਹਨਾਂ ਨੂੰ ਦੱਸਿਆ ਵੀ ਜਿਹੜਾ ਇਹ ਵਿਧਾਨ ਸਭਾ ਦੇ ਉਹ ਇਹੀ ਗੱਲ ਕਹਿੰਦੇ ਸੀਗੇ ਵੀ ਇਹਦਾ ਜਿਹੜਾ ਬਜਟ ਐਸਟੀਮੇਟ ਬਣਿਆ ਹੋਇਆ, ਇਹ ਵੀ ਇਹਦਾ ਜੇ ਭਰ ਦੇਂਗੇ ਤਾਂ ਆਪਾਂ ਲਾਈਨ ਬਾਹਰ ਕੱਢ ਦੇਂਗੇ। ਫਿਰ ਉਹਨੂੰ ਮੈਂ ਕਿਹਾ ਵੀ ਐਡਾ ਨਹੀਂ ਅਫੋਰਡ ਕਰ ਸਕਦੇ ਅਸੀਂ। ਮੈਂ ਕਿਹਾ ਇੱਕ ਜਿਹੜਾ ਹੁਣ ਵਿਧਾਨ ਸਭਾ ਦੇ ਮਤਾ ਪਾਸ ਹੋਇਆ, ਤੁਸੀਂ ਉਹਦੇ ਆਧਾਰ ਤੇ ਕੱਢੋ। ਉਹ ਫਿਰ ਉਹ ਕਹਿੰਦੇ ਉਹਨਾਂ ਨੇ ਪਤਾ ਕੀਤਾ, ਕਹਿੰਦੇ ਵੀ ਹਾਂ ਤੁਸੀਂ ਇੱਕ ਵਾਰ ਆਇਓ, ਤੁਸੀਂ ਮਤਲਬ ਮਿਲਿਓ ਸਾਨੂੰ ਆ ਕੇ, ਆਪਾਂ ਮਤਲਬ ਉਹ 'ਤੇ ਗੌਰ ਕਰਾਂਗੇ। ਹੁਣ ਇਹ ਹੈਗਾ ਵੀ ਆਪਾਂ ਇੱਕ ਵਾਰ ਮਿਲਿਆ ਹੀ ਜਾ ਕੇ, ਜੇ ਉਹ ਮਤੇ ਦੀ ਕਾਪੀ ਵੀ ਆਪਾਂ ਨੂੰ ਨਾਲ ਦੀ ਕਢਾ ਕੇ, ਤਾਂ ਆਪਣਾ ਇਹ ਬਹੁਤ ਸੌਖਾ ਮਤਲਬ ਬਹੁਤ ਹੀ ਚੀਪ ਪ੍ਰਾਈਸ 'ਤੇ ਜਿਹੜੀ ਆਪਣੀ ਲਾਈਨ ਆ ਉਹ ਬਾਹਰ ਨਿਕਲ ਸਕਦੀ ਆ। ਚੀਪ ਪ੍ਰਾਈਸ ਜਿਹੜਾ ਤੁਸੀਂ ਦੱਸ ਰਹੇ ਹੋ ਉਹ ਕਿੰਨਾ ਹੋ ਸਕਦਾ ਘੱਟੋ ਘੱਟ, ਜਾਂ ਇਹ ਫ੍ਰੀ ਆਫ ਕਾਸਟ ਨਹੀਂ ਹੋ ਸਕਦਾ? ਇਦਾਂ ਫ੍ਰੀ ਆਫ ਕਾਸਟ ਤਾਂ ਨਹੀਂ ਹੋ ਸਕਦਾ ਹੈਗਾ। ਮੈਨੂੰ ਜਿੱਥੋਂ ਤੱਕ ਪਤਾ ਲੱਗੇਗਾ ਵੀ 20% ਤੱਕ ਹੀ ਰਹਿ ਸਕਦਾ ਗਾ।
ਜੇ ਮਤਲਬ ਇਹਦਾ 3,70,000 4 ਲੱਖ ਦਾ ਤੁਸੀਂ ਇਹਦਾ 20% ਲਾ ਲਓ, ਮਤਲਬ ਸਮਥਿੰਗ 40-50,000 60,000 ਰੁਪਇਆ ਇੰਨਾ ਕੁ ਭਰ ਕੇ ਇੰਨਾ ਕੁ ਆਪਾਂ ਭਰ ਵੀ ਸਕਦੇ ਹਾਂ, ਹੋਰ ਬੰਦੇ ਵੀ ਨਾਲ ਲੱਗ ਸਕਦੇ ਆ, ਕੋਈ ਸਾਡੇ ਵਰਗੇ ਭਰਾ ਵੀ ਲੱਗ ਸਕਦੇ ਆ, ਸਾਰਾ ਕੁਝ ਕਰ ਸਕਦੇ ਆ, ਇੰਨਾ ਕੁ ਆਪਾਂ ਕਰ ਸਕਦੇ ਆ। ਜੇ ਆਪਾਂ ਇੱਕ ਵਾਰ ਡਿਪਾਰਟਮੈਂਟ ਨੂੰ ਦੁਬਾਰੇ ਇਕੱਠੇ ਹੋ ਕੇ ਮਿਲ ਲਈਏ ਤਾਂ ਆਪਣਾ ਫਾਇਦਾ ਹੋ ਸਕਦਾ। ਕਿਉਂਕਿ ਉੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਨੇ ਦੱਸਿਆ ਵੀ 300 ਅਸੀਂ ਪਰ ਡੇ ਲੈਂਦੇ ਆ, ਵੀ ਸਾਡੇ ਕੋਲ ਜਿਹੜਾ 325-30 ਦਾ ਦੱਸਿਆ ਉਹਨਾਂ ਨੇ ਵੀ ਐਸਟੀਮੇਟ ਲਵਾਇਆ ਵੀ ਉਹ ਨਹੀਂ ਦੇ ਸਕਦੇ। ਜੇ ਮੰਨ ਲਓ ਕੱਲ ਨੂੰ ਇਹ ਜਾਂ ਪਿੰਡ ਲੈਵਲ ਤੇ ਜਾਂ ਕਿਸੇ ਮੰਤਰੀ ਦੀ ਪਹੁੰਚ ਦੇ ਨਾਲ ਪੈਸਿਆਂ ਦਾ ਮਤਲਬ ਇੰਤਜ਼ਾਮ ਕਰਨਾ ਪੈ ਗਿਆ ਤਾਂ ਤੁਸੀਂ ਇਹਦੇ ਨਾਲ ਸਹਾਈ ਹੋ? ਹਾਂ, ਜੇ ਤਾਂ ਹੁਣ ਇਹ ਚੀਫ ਪ੍ਰਾਈਸ ਤੇ ਹੁੰਦਾਗਾ ਜੀ, ਆਪਣੇ ਜਿਵੇਂ ਵਿਧਾਨ ਸਭਾ ਦਾ ਮਤਾ ਪਾਸ ਹੋਇਆ ਵੀ 10% ਜਾਂ 20% ਦੇ ਜਿਹੜਾ ਇਹ ਬਸਤੀਆਂ ਦੇ ਵਿੱਚੋਂ ਲੈਣਾ ਕੱਢਣੀਆਂ ਨੇ, ਜਿਹੜੇ ਜਿੱਥੇ ਨਹੀਂ ਅਫੋਰਡ ਕਰ ਸਕਦੇ ਇਹ ਬੰਦੇ, ਉਹ ਆਪਾਂ ਮਤੇ ਦੀ ਕਾਪੀ ਲਾਵਾਂਗੇ। ਉਦੋਂ ਬਾਅਦ ਕੁਝ ਪੰਚਾਇਤ ਵੀ ਨਾਲ ਸਹਿਯੋਗ ਕਰੇ, ਮਤਲਬ ਸਰਕਾਰ ਦੇ ਉੱਤੋਂ ਲਵੇ, ਕੁਛ ਅਸੀਂ ਜਿਵੇਂ ਪਾਰਟੀ ਲੈਵਲ ਤੇ ਕਿਸੇ ਮੰਤਰੀ ਨੂੰ ਜਾਂ ਕਹਾਂਗੇ, ਆਪਣੇ ਢਿੱਲੋਂ ਸਾਹਿਬ ਹੈਗੇ ਨੇ ਇਹਨਾਂ ਨੂੰ ਕਹਾਂਗੇ, ਕਰਾਂਗੇ ਕਿਉਂ ਨਾ ਬਿਲਕੁਲ ਕਰਾਂਗੇ। ਬਿਲਕੁਲ ਸਹਿਮਤ ਹੋ ਤੁਸੀਂ ਲਾਈਨ ਕਰਾਉਣ? ਸਹਿਮਤ ਹੋਣਾ ਚਾਹੀਦਾ ਹੈ, ਬਹੁਤ ਨੁਕਸਾਨਦੇਹ ਹੈ ਜੀ। ਇਹ ਨਾ ਨਿਕਲਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਪਹਿਲਾਂ ਡੈਥ ਹੋਈ ਆ, ਕੁਝ ਹੋਰ ਵੀ ਮਤਲਬ ਜਾਨੀ ਮਾਲੀ ਨੁਕਸਾਨ ਹੋਣ ਦਾ ਡਰ ਹੈਗਾ। ਸਰਕਾਰ ਤੋਂ ਵੀ ਮੰਗ ਕਰਦੇ ਆ ਵੀ ਇਸ ਤੇ ਪਹਿਲ ਦੇ ਆਧਾਰ ਤੇ ਧਿਆਨ ਦੇ ਕੇ ਇਹਦਾ ਬਾਹਰ ਕੱਢੀ ਜਾਵੇ ਲਾਈਨ। ਬਹੁਤ ਬਹੁਤ ਧੰਨਵਾਦ ਜੀ। ਓਕੇ ਹਾਂਜੀ, ਇਹ ਸਨ ਕੁਲਵਿੰਦਰ ਸਿੰਘ ਕਾਲਾ, ਜਿਹੜੇ ਕਿ ਹਲਕਾ ਭਦੌੜ ਤੋਂ ਚੇਅਰਮੈਨ। ਦੱਸਿਆ ਵੀ ਬਿਲਕੁਲ ਚੀਪ, ਜਿਵੇਂ ਦੱਸਿਆ ਵੀ 30-40 ਹਜ਼ਾਰ ਦੇ ਖਰਚੇ ਤੱਕ ਵੀ ਪਹਿਲਾਂ ਇਹਨਾਂ ਨੇ ਇੱਕ ਮਾਮਲਾ ਬਾਜੀਗਰ ਬਸਤੀ ਤਪਾ ਦੱਸਿਆ ਵੀ ਜਿੱਥੇ ਨਿਕਲੀ ਆ ਲਾਈਨ। ਇਹਨਾਂ ਨੇ ਦੱਸਿਆ ਵੀ ਅਸੀਂ ਆਪਣੇ ਮੰਤਰੀਆਂ ਤੱਕ, ਜਿਹੜੇ ਮੌਕੇ ਦੇ ਅਧਿਕਾਰੀ ਨੇ, ਜਿਹੜੇ ਵੀ ਸਰਕਾਰੀ ਐਸਡੀਐਮ ਵਗੈਰਾ ਤੱਕ ਇਹਨਾਂ ਨੇ ਪਹੁੰਚ ਕਰੀ ਵੀ ਆ, ਤੇ ਫਿਰ 2-3 ਦਿਨਾਂ ਬਾਅਦ ਉੱਥੇ ਜਾ ਰਹੇ ਨੇ। ਆਪਣੀ ਸਰਕਾਰ ਵੱਲੋਂ ਇਹਨਾਂ ਨੇ ਪੂਰਨ ਸਹਿਯੋਗ ਦੀ ਮਤਲਬ ਹਮਾਇਤ ਕਰੀ ਆ ਵੀ ਅਸੀਂ ਨਾਲ ਆ, ਜਿੰਨਾ ਵੀ ਹੋ ਸਕਿਆ ਅਸੀਂ ਇਕੱਠੇ ਰਲ ਮਿਲ ਕੇ ਇਹ ਲਾਈਨ ਬਾਹਰ ਕਢਵਾਉਣ ਦੇ ਹੱਕ ਵਿੱਚ ਆ। ਹਾਂਜੀ, ਇਹ ਤੁਹਾਨੂੰ ਜਿਹੜਾ ਪੂਰਾ ਮਸਲਾ ਸੀ ਖੁੱਡੀ ਬੱਤੀ ਪੰਚਾਇਤ ਦਾ ਮਸਲਾ ਸੀ। ਇਹ ਜਿਹੜੀ ਇੱਕ ਲਾਈਨ ਸੀ 11,000 ਵੋਲਟ ਜਿਹੜੀ ਘਰਾਂ ਉੱਪਰ ਜਾਂਦੀ ਆ, ਤੇ ਉਹਦਾ ਇਹ ਮਸਲਾ ਜਿਹੜਾ ਤੁਹਾਨੂੰ ਦਿਖਾਇਆ ਵੀ, ਜਿਹਦੇ ਨਾਲ ਇੱਕ ਇੱਥੇ ਘਟਨਾ ਵੀ ਹੋਈ, ਇੱਕ ਮੌਤ ਵੀ ਹੋ ਚੁੱਕੀ ਆ। ਤੇ ਪ੍ਰਸ਼ਾਸਨ ਕਿਤੇ ਨਾ ਕਿਤੇ, ਪ੍ਰਸ਼ਾਸਨ ਦੀ ਅਣਗਹਿਲੀ ਆ ਬਹੁਤ ਵੱਡੀ। ਜਿਹੜੀ ਇੱਕ ਖੰਭਾ ਜਿਹੜਾ ਤੁਸੀਂ ਦੇਖ ਰਹੇ ਹੋ, ਇਹ ਬਿਲਕੁਲ ਟੇਢਾ ਹੋ ਚੁੱਕਿਆ। ਇਹ ਕਦੋਂ ਵੀ ਕਿਸੇ ਵਕਤ ਵੀ ਮਤਲਬ ਜਾਂ ਵਜ਼ਨ ਨਾਲ ਜਾਂ ਆਪਣੇ ਵੀ ਨੀਚੇ ਤੋਂ ਕਿਸੇ ਖੁਰਨ ਨਾਲ ਇਹ ਕਦੋਂ ਵੀ ਆ ਕੇ ਉੱਪਰ ਡਿੱਗ ਸਕਦਾ, ਤੇ ਇਹਦੇ ਨਾਲ ਕੋਈ ਵੱਡੀ ਘਟਨਾ ਵਾਪਰ ਸਕਦੀ ਆ। ਪ੍ਰਸ਼ਾਸਨ ਨੂੰ ਇਹਦੇ ਸੰਬੰਧ ਵਿੱਚ ਇੱਕ ਛੇਤੀ ਆ ਜਿਹੜਾ ਉਹ ਆਪਣਾ ਫੈਸਲਾ ਲੈਣਾ ਚਾਹੀਦਾ। ਤੇ ਜਿਹੜਾ ਇਹਨਾਂ ਨੇ ਐਸਟੀਮੇਟ ਦੱਸਿਆ 3,30,000 3,30,25 ਦੇ ਹਜ਼ਾਰ, ਇਹਨਾਂ ਨੂੰ ਪੂਰੀ ਵੀਹ ਨੂੰ ਕਿਹਾ ਵੀ ਤੁਸੀਂ ਗਲੀ ਨੂੰ ਕਿਹਾ ਵੀ ਤੁਸੀਂ ਭਰੋ, ਤਾਂ ਇਹਨਾਂ ਨੇ ਦੱਸ ਚੁੱਕਿਆ ਵੀ ਅਸੀਂ 300 ਪਰ ਡੇ ਕਮਾਉਣ ਵਾਲੇ ਬੰਦੇ ਆ, ਸਾਡੇ ਕੋਲ ਇੰਨਾ ਪੈਸਾ ਜਿਹੜਾ ਅਸੀਂ ਕਿੱਥੋਂ ਇਕੱਠਾ ਕਰਾਂਗੇ, ਕਿਵੇਂ ਅਸੀਂ ਉਹ ਪੈਸਾ ਜਿਹੜਾ ਸਾਡੇ ਇੱਥੇ 20 ਕਰਨੇ ਕਿਵੇਂ ਦੇਵਾਂਗੇ। ਤੋ ਮੌਕੇ ਦੇ ਅਸੀਂ ਐਮਐਲਏ ਪਿਰਮਲ ਸਿੰਘ ਧੌਲਾ ਜੀ ਨਾਲ ਵੀ ਗੱਲ ਕਰੀ ਆ, ਤੇ ਉਹਨਾਂ ਨੇ ਵੀ ਦੱਸਿਆ ਵੀ ਜਿਹੜਾ ਇਹਦਾ ਐਸਟੀਮੇਟ ਆ ਉਹ ਮਹਿਕਮੇ ਵੱਲੋਂ ਬਣਾ ਕੇ ਦਿੱਤਾ ਗਿਆ, ਤਾਂ ਉਹਦਾ ਹੱਲ ਸਿਰਫ ਉਦੋਂ ਹੀ ਆ ਵੀ ਜਾਂ ਤਾਂ ਮਹਿਕਮਾ ਕਹੇ ਵੀ ਤੁਸੀਂ ਅੱਧੇ ਭਰ ਦਿਓ, ਵੀ ਫਿਰ ਵੀ ਕਿਤੇ ਨਾ ਕਿਤੇ ਜਾ ਕੇ ਲੱਖ-ਸਵਾ ਲੱਖ ਰੁਪਈਆ ਤਾਂ 1.5 ਲੱਖ ਰੁਪਏ ਤੱਕ ਇਹਨਾਂ ਨੂੰ ਭਰਨਾ ਪੈਣਾ ਹੀ ਪੈਣਾ। ਵੀ ਇਹਦਾ ਹੋਰ ਹੱਲ ਕੋਈ ਨਹੀਂ, ਜਾਂ ਕੋਈ ਮੰਤਰੀ ਦੇ ਆਪਦੇ ਪੱਲਿਓਂ, ਉਹ ਗੱਲ ਵੱਖਰੀ ਆ, ਪਰ ਪੈਸੇ ਤੋਂ ਬਿਨਾਂ ਇਸ ਦਾ ਜਿਹੜਾ ਐਸਟੀਮੇਟ ਆ, ਜਿਹੜਾ ਜਿੰਨਾ ਵੀ ਇਹਦਾ ਖਰਚਾ, ਉਹਦਾ ਹੱਲ ਨਹੀਂ। ਮੌਕੇ ਦੇ ਮੈਂਬਰ ਨਾਲ ਗੱਲ ਕਰਵਾਈ, ਤੇ ਮੌਕੇ ਦੇ ਮੌਜੂਦਾ ਸਰਪੰਚ ਸਰਦਾਰ ਦਰਸ਼ਨ ਸਿੰਘ ਜੀ ਨਾਲ ਵੀ ਅਸੀਂ ਫੋਨ ਤੇ ਰਾਬਤਾ ਕੀਤਾ ਸੀ। ਉਹਨਾਂ ਨੇ ਵੀ ਸਾਨੂੰ ਦੱਸਿਆ ਵੀ ਇਹਦੀ ਅਸੀਂ ਜਿਹੜੇ ਮੌਕੇ ਦੇ ਮੰਤਰੀ ਉਹਨਾਂ ਤੱਕ ਗੱਲ ਲੈ ਕੇ ਗਏ ਆ, ਤੇ ਉਹਨਾਂ ਨੇ ਵੀ ਸਾਰਿਆਂ ਨੇ ਇਹੀ ਕਿਹਾ ਵੀ ਇਹਦਾ ਬਿਨਾਂ ਪੈਸੇ ਤੋਂ ਜਿਹੜਾ ਐਸਟੀਮੇਟ ਲਾਇਆ, ਉਹ ਤੋਂ ਬਿਨਾਂ ਇਹਦਾ ਕੋਈ ਹੱਲ ਨਹੀਂ। ਆਸ-ਪਾਸ ਦੇ ਘਰਾਂ ਦੇ ਜਿਹੜੇ ਲੋਕ ਸੀ ਉਹਨਾਂ ਵੱਲੋਂ ਜਿੰਨੀ ਵੀ ਗੱਲਬਾਤ ਆ ਉਹ ਤੁਸੀਂ ਸੁਣੀ ਆ। ਅਸਲ ਦੇ ਵਿੱਚ ਅਸੀਂ ਅਧਿਕਾਰੀਆਂ ਤੱਕ ਇਹ ਚੀਜ਼ ਲੈ ਕੇ ਜਾਵਾਂਗੇ, ਤੇ ਹੋਰ ਵੀ ਇਸ ਮਸਲੇ ਵਿੱਚ ਜੇ ਕੋਈ ਬਣਦਾ ਕਾਰਵਾਈ ਆ ਉਹ ਅਧਿਕਾਰੀਆਂ ਤੱਕ ਇਸ ਦੀ ਵੀਡੀਓ ਲੈ ਕੇ ਆਪਾਂ ਜ਼ਰੂਰ ਜਾਵਾਂਗੇ, ਤੇ ਉਹਨਾਂ ਤੋਂ ਇਸ ਦਾ ਜਵਾਬ ਤਲਬ ਕਰਾਂਗੇ। ਸੋ ਬੇਨਤੀ ਆ ਡੀਸੀ ਸਾਹਿਬ ਨੂੰ ਵੀ ਇਸ ਮਸਲੇ ਤੇ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇ। ਸੋ ਫਨਕਾਰ ਟੀਵੀ ਨਾਲ ਜੁੜਨ ਲਈ ਹੁਣ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸੋ ਨੀਚੇ ਕਮੈਂਟ ਲਾਈਕ ਜ਼ਰੂਰ ਕਰਕੇ ਤੁਸੀਂ ਵੀਡੀਓ ਤੇ ਆਪਣੀ ਫੀਡਬੈਕ ਦੇਣੀ ਆ। ਫਨਕਾਰ ਟੀਵੀ ਨੂੰ YouTube ਤੇ ਸਬਸਕ੍ਰਾਈਬ ਕਰੋ। ਸੋ ਸਾਡੇ ਨਾਲ ਹੁਣ ਤੱਕ ਜੁੜਨ ਲਈ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ।